ਸਵੇਰ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣ ਦੇ ਲਈ ਮੈਂ ਰਮਨ ਧੂਰ ਤੇ ਮੇਰੇ ਨਾਲ ਨੇ ਕਮਲਜੀਤ ਸਿੱਧੂ ਜੀ। ਬਹੁਤ ਬਹੁਤ ਸਵਾਗਤ ਸਰ। ਗੁੱਡ ਮਾਰਨਿੰਗ ਜੀ। हाँ जी, गुड मॉर्निंग रमन जी। ਕੀ ਹਾਲ ਚਾਲ ਤੁਹਾਡੇ? बिल्कुल चढ़ती कला जी, खैर सुख है। और अज असी इस प्रोग्राम के जरिए दर्शकों के रूबरू हो रहे हैं और बहुत सारिया गल्लां बातां जिहड़ियां ने वो अज दर्शकों के सामने रखांगे। उन्हां खबरां नूं, उन्हां समाचारां नूं जिन्हां दे जरिए उन्हां नूं जानकारी आ प्राप्त हो सके। सो तुहाडे तो ही शुरुआत करते हैं कि बिल्कुल जी। मैं शुरुआत करन तो पहले सोच रही सी कि अज थोड़ा जिहा जे मौसम का जिक्र कर लिया जाए। पटियाले दे विच बारिश जिहड़ी आ रात तो या कल तो कह सकते हैं लगातार पै रही आ ते जिहड़े सानू दिल्ली दा फिकर खड़ा हो जांदा जदों भी किते पंजाब दे विच बारिश हुंदी है, जरा जिन्नी ठंड पैंदी आ ते इस वेले जिहड़ा पूरा ध्यान आ दिल्ली दे उत्ते केंद्रित हो जांदा भी उत्थे किसी तरीके जिहड़ा इदां दा कोई मौसम ना बने ते चंगी गल है। बिल्कुल बिल्कुल, क्योंकि साडा आपदा परिवार आ, साडे अपने किसान भाईचारा आ, ਉਹ ਉੱਥੇ ਬੈਠਾ ਹੈ ਤਾਂ ਸਾਨੂੰ ਉਹ ਫਿਕਰਮੰਦੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਹੋ ਜਾਂਦੀ ਆ। ਬਾਕੀ ਰਾਤ ਦਾ ਜਿਹੜਾ ਮੀਂਹ ਆ ਹੁਣ ਤੱਕ ਪੈ ਰਿਹਾ ਉਹਦੇ ਕਰਕੇ ਇਹ ਵੀ ਇੱਕ ਫਰਕ ਪਿਆ ਹੈ ਕਿ ਥੋੜਾ ਜਿਹਾ ਮੌਸਮ ਦੀ ਜਿਹੜੀ ਠੰਡ ਬਹੁਤ ਜ਼ਿਆਦਾ ਹੱਡਾਂ ਨੂੰ ਠਾਰਦੀ ਸੀਗੀ ਤੇ ਉਹਦੇ ਨਾਲ ਥੋੜਾ ਜਿਹਾ ਨਿੱਘ ਮਿਲਿਆ ਹੈ ਔਰ ਜਿਹੜੀ ਬਹੁਤੀ ਠੰਡ ਆ ਉਹ ਘਟ ਚੁੱਕੀ ਹੈ। ਅਸੀਂ ਉਮੀਦ ਇਹੀ ਕਰਦੇ ਹਾਂ ਵੀ ਜਿਹੜੇ ਸਾਡੇ ਦਿੱਲੀ ਦੇ ਵਿੱਚ ਬੈਠੇ ਹੋਏ ਸਾਡੇ ਆਪਣੇ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਜਿਹੜਾ ਇਹੀ ਨਿੱਘ ਮਹਿਸੂਸ ਕਰ ਰਹੇ ਹੋਣ ਤੇ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਣ। ਜਿੰਨੇ ਵੀ ਉੱਥੇ ਨੌਜਵਾਨ ਹੈਗੇ ਆ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬਜ਼ੁਰਗਾਂ ਦਾ ਜਿਹੜਾ ਬਹੁਤ ਧਿਆਨ ਰੱਖਣ, ਕਿਉਂਕਿ ਮੀਂਹ ਕਣੀ ਦੇ ਮੌਸਮ ਦੇ ਵਿੱਚ ਕਹਿੰਦੇ ਹੁੰਦੇ ਵੀ ਸਿਆਲਾਂ ਦੇ ਵਿੱਚ ਲੱਗੀ ਸੱਟ ਪੇਟ ਤਕਲੀਫ ਬਹੁਤ ਦਿੰਦੀ ਹੈ ਨਾ। ਬਿਲਕੁਲ, ਕੋਈ ਸ਼ੱਕ ਨਹੀਂ। ਤੇ ਹੁਣ ਅਸੀਂ ਖਬਰਾਂ ਵੱਲ ਨੂੰ ਜਿਹੜਾ ਧਿਆਨ ਕੇਂਦਰਿਤ ਕਰੀਏ ਤੇ ਕਮਲਜੀਤ ਜੀ, ਕੱਲ ਇੱਕ ਚੀਜ਼ ਹੋਈ ਹੈ ਕਿ ਜਿਹੜੇ ਭਾਜਪਾ ਆਗੂ ਸੁਰਜੀਤ ਜੈਣੀ ਤੇ ਹਰਜੀਤ ਗਰੇਵਾਲ ਜੀ ਆ, ਉਹਨਾਂ ਦੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ ਆ ਤੇ ਜਿਹੜੇ ਜੇ ਕਿਹਾ ਜਾਵੇ ਹਰਜੀਤ ਗਰੇਵਾਲ ਜੀ ਹੈਗੇ ਆ ਉਹਨਾਂ ਦੇ ਲਈ ਲੋਕਾਂ ਦੇ ਮਨ 'ਚ ਬਹੁਤ ਜ਼ਿਆਦਾ ਰੋਸ ਆ, ਕਿਉਂਕਿ ਉਹ ਕਿਤੇ ਨਾ ਕਿਤੇ ਜਿਹੜੇ ਕਾਨੂੰਨਾਂ ਦੇ ਪੱਖ ਦੇ ਵਿੱਚ ਬਹੁਤ ਜਿਹੜੇ ਬਿਆਨ ਦਿੰਦੇ ਆ। ਤੇ ਕੱਲ ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਆ, ਕੀ ਗੱਲਾਂ ਬਾਤਾਂ ਹੋਈਆਂ ਉਹਦੇ ਬਾਰੇ 'ਚ ਜਿਹੜੀ ਥੋੜੀ ਬਹੁਤੀ ਜਾਣਕਾਰੀ ਮਿਲੇ ਸਾਨੂੰ। ਬਿਲਕੁਲ, ਮੈਂ ਰਮਨ ਜੀ ਕਹੂੰਗਾ ਕਿ ਪੰਜਾਬੀ ਦੀ ਇੱਕ ਕਹਾਵਤ ਹੈ, ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ। ਸੋ ਉਹਦੀ ਹਾਲਾਤ ਜਿਹੜੀ ਆ ਹਰਜੀਤ ਗਰੇਵਾਲ ਦੀ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਵਾਰ-ਵਾਰ ਉਹ ਜ਼ਿਕਰ ਇਹ ਕਰਦਾ ਹੈਗਾ ਕਿ ਜਿਵੇਂ ਇੱਕ ਬੰਦਾ ਗੁਲਾਮੀ ਦਾ ਸੂਚਕ ਬਣ ਜਾਂਦਾ ਹੈ ਔਰ ਹਰ ਗੱਲ ਇਹ ਕਹਿੰਦਾ ਹੈ ਕਿ ਜੇ ਦਿਨ ਨੂੰ ਦਿਨ ਕਹਿਤਾ ਤੇ ਰਾਤ ਨੂੰ ਰਾਤ, ਤਾਂ ਉਹ ਚੀਜ਼ ਨੂੰ ਉਹ ਮੰਨ ਕੇ ਉਹ ਚੱਲ ਰਿਹਾ। ਔਰ ਜੋ ਉਹਦੀ ਬਿਆਨਬਾਜ਼ੀ ਆ ਰਹੀ ਆ ਔਰ ਉਹ ਅਟਕਲਾਂ ਪੰਜਾਬ ਦੇ ਵਿੱਚ ਜੋ ਰੋਸ ਉਹਦੇ ਪ੍ਰਤੀ ਹੈ, ਜਿੰਨੀ ਵਾਰੀ ਵੀ ਕਿਸਾਨ ਮੀਟਿੰਗ ਹੋਈ ਉਹਨੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਿਆਨ ਦਿੱਤਾ ਆ ਜਿਹੜਾ ਬਿਆਨ ਕਿਸਾਨਾਂ ਨੂੰ ਹਜ਼ਮ ਹੀ ਨਹੀਂ ਹੋਇਆ। ਔਰ ਖਾਸ ਇਹ ਵੀ ਆ ਕਿ ਉਹ ਹਮੇਸ਼ਾ ਹੀ ਪੱਖ ਜਿਹੜਾ ਹੈਗਾ ਉਹ ਕੇਂਦਰ ਦਾ ਪੂਰਦਾ। ਇੱਕ ਪੰਜਾਬੀ ਹੋਣ ਦੇ ਨਾਤੇ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਆ ਉਹ ਤੋਂ ਭੱਜ ਰਿਹਾ ਹੈਗਾ ਕਿ ਜਿਸ ਪੰਜਾਬ 'ਚ ਰਹਿ ਰਿਹਾ, ਜਿਸ ਪੰਜਾਬ ਨੇ ਤੈਨੂੰ ਚੁਣ ਕੇ ਭੇਜਿਆ, ਜਿਸ ਨੇ ਤੈਨੂੰ ਅਹੁਦੇ ਦਿੱਤੇ ਆ, ਤੂੰ ਉਸੇ ਪੰਜਾਬ ਦੇ ਨਾਲ ਇੱਕ ਇਸ ਤਰ੍ਹਾਂ ਦਾ ਵਰਤਾਰਾ ਕਰ ਰਿਹਾ ਹੈਗਾ ਜਿਹੜਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਔਰ ਫਿਰ ਖੁਦ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਆ, ਇੱਕ ਇਹ ਵੱਡੀ ਗੱਲ ਹੈ। ਹੁਣ ਇੱਥੇ ਦੂਜੀ ਗੱਲ ਇਹ ਕਰਾਂਗੀ ਕਿ ਸੁਰਜੀਤ ਜੈਣੀ ਔਰ ਇਹਨਾਂ ਨੇ ਗਰੇਵਾਲ ਹੋਰਾਂ ਨੇ ਇਹਨਾਂ ਨੇ ਪ੍ਰਧਾਨ ਮੰਤਰੀ ਨਾਲ 2 ਘੰਟੇ ਮੀਟਿੰਗ ਕੀਤੀ ਹੈ। ਬਹੁਤ ਬਿਆਨ ਇਹਨਾਂ ਦਾ ਇਹੋ ਜਿਹਾ ਆਇਆ ਜਿਹੜਾ ਕਿ ਹੁਣ ਕਹਿ ਸਕਦੇ ਹਾਂ ਕਿ ਉਹ ਕਿਸੇ ਨੂੰ ਵੀ ਰਾਸ ਨਹੀਂ ਆਊਗਾ। ਇੰਨਾ ਸੰਘਰਸ਼ ਲੰਮਾ ਚੱਲ ਰਿਹਾ ਹੈਗਾ, 40 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਆਗੂ ਆ, ਸਿੱਧਾ ਉਹਨਾਂ ਦੇ ਉੱਤੇ ਜਿਹੜਾ ਇਲਜ਼ਾਮ ਹੈ ਉਹ ਲਾਇਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਹੈਗਾ ਕਿ ਇਹ ਤਾਂ ਜੀ ਕਿਸਾਨ ਆਗੂ ਜਿਹੜੇ ਆ, ਇਹ ਗੱਲਬਾਤ ਇਹਨਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਆਗੂ ਨਹੀਂ ਹੈਗਾ, ਕਿਉਂਕਿ ਕੋਈ ਵੀ ਮੁਹਿੰਮ, ਕੋਈ ਵੀ ਜਥੇਬੰਦੀ, ਕੋਈ ਵੀ ਹੁਣ ਤੱਕ ਮੁਹਿੰਮ ਉਹ ਕਹਿੰਦੇ ਆ ਜੇ ਚੱਲੀ ਹੈ ਤੇ ਉਹਦਾ ਇੱਕ ਮੇਨ ਆਗੂ ਹੁੰਦਾ। ਤਾਂ ਉਹ ਜਿਹੜਾ ਮੇਨ ਆਗੂ ਹੁੰਦਾ ਆ ਕਹਿੰਦੇ ਉਹ ਫਿਰ ਕੋਈ ਨਾ ਕੋਈ ਫੈਸਲਾ ਕਰਦਾ ਹੈਗਾ। ਔਰ ਹੁਣ ਉਹ ਇਹੀ ਗੱਲ ਜੈਣੀ ਕਹਿ ਰਿਹਾ ਕਿ 2 ਆਗੂ ਜਿਹੜੇ ਆ ਉਹ ਚੁਣ ਲਏ ਜਾਣ ਤਾਂ ਕਿ ਫੈਸਲਾ ਜਿਹੜਾ ਆ ਉਹ ਹੋ ਜਾਵੇ। ਪਰ ਨਾਲ ਦੀ ਨਾਲ ਹੀ ਇੱਕ ਹੋਰ ਇਲਜ਼ਾਮ ਜਿਹੜਾ ਆ ਉਹ ਲਾਇਆ ਜਾ ਰਿਹਾ ਹੈ ਕਿ ਇਹ ਜਿਹੜਾ ਅੰਦੋਲਨ ਹੈ, ਇਹ ਜਿਹੜਾ ਮੂਵਮੈਂਟ ਕਿਸਾਨੀ ਦੀ ਉੱਥੇ ਚੱਲ ਰਹੀ ਹੈ, ਇਹ ਕਾਮਰੇਡ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਕਿਸਾਨ ਹੈ ਉਹ ਦੋਨੇ ਰਲੇ ਹੋਏ ਔਰ ਕਾਮਰੇਡ ਜਿਹੜੇ ਹੈਗੇ ਇਹਨੂੰ ਖਰਾਬ ਵੀ ਕਰ ਰਹੇ। ਔਰ ਕਾਮਰੇਡਾਂ ਨੂੰ ਜਿਹੜਾ ਆ ਕਿਸਾਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਕਾਮਰੇਡ ਆ ਉਹਨਾਂ ਤੋਂ ਅਲੱਗਾ ਹੋ ਕੇ ਇਸ ਮੰਗ ਦੇ ਬਾਰੇ ਜਿਹੜੇ ਉਹ ਅੱਗੇ ਆਉਣ। ਦੇਖੋ ਕਿਹੋ ਜਿਹੀ ਗੱਲ ਇਹ ਇਦਾਂ ਦੇ ਜਿਹੜੇ ਬਿਆਨ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਕੇਂਦਰ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਆ ਤੇ ਜਿਹੜਾ ਇੱਕ ਕਿਸਾਨੀ ਸੰਘਰਸ਼ ਜਿਨ੍ਹਾਂ ਨੂੰ ਹੁਣ ਤੱਕ ਦੋਫਾੜ ਨਹੀਂ ਕਰਨ ਦੇ ਵਿੱਚ ਕਾਮਯਾਬ ਹੋਈ ਕੇਂਦਰ ਸਰਕਾਰ, ਉਹਨਾਂ ਦੇ ਕੋਲੇ ਬਹੁਤ ਸਾਰੇ ਸਾਧਨ ਹੈਗੇ ਆ। ਸਾਡੇ ਤਾਂ ਵਿਚਾਰੇ ਦੇਸੀ ਲੋਕ, ਦੇਸੀ ਕਿਸਾਨ, ਦੇਸੀ ਆਗੂ ਜਿਹੜੇ ਵਿਚਾਰੇ ਬੈਠੇ ਹੋਏ ਉੱਥੇ, ਉਹਦੇ ਬਾਵਜੂਦ ਜਿਹੜੀ ਦੂਜੀ ਚੀਜ਼ ਆਉਂਦੀ ਆ, ਜੇ ਇਹ ਜਿਹੜੇ ਇਹਨਾਂ ਦੇ ਬਿਆਨ ਆਉਂਦੇ ਆ ਜਾਂ ਬਹੁਤ ਸਾਰੀ ਜਿਹੜੀਆਂ ਇੰਟਰਵਿਊਜ਼ ਇਹਨਾਂ ਦੀਆਂ ਦੇਖੀ ਦੀਆਂ, ਤਰਕ ਦੀ ਸਥਾਨ ਤੇ ਗੱਲ ਨਹੀਂ ਹੁੰਦੀ। ਜਦੋਂ ਕੋਈ ਪੱਤਰਕਾਰ, ਜਦੋਂ ਕੋਈ ਜਰਨਲਿਸਟ ਉਹਨਾਂ ਨੂੰ ਤਰਕ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਖਿਜਣਾ ਸ਼ੁਰੂ ਹੋ ਜਾਂਦੇ ਆ, ਹਨਾ। ਤੇ ਦੂਜੀ ਚੀਜ਼ ਜਿਹੜੀ ਇਹ ਵੀ ਆ ਜਾਂਦੀ ਆ ਵੀ ਜੇ ਇਹ ਕਹਿ ਰਹੇ ਆ ਵੀ ਇਹਨਾਂ ਦੇ ਕੋਲੇ ਕੋਈ ਆਗੂ ਨਹੀਂ,
ਤਾਂ ਜਿਹੜੇ ਕੇਂਦਰ ਦੇ ਆਗੂ ਸਾਡੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਆ, ਕੀ ਤੁਹਾਨੂੰ ਨਹੀਂ ਲੱਗਦਾ ਵੀ ਹੱਥ ਤਾਂ ਉਹਨਾਂ ਦੇ ਵੀ ਬੰਨੇ ਹੋਏ ਆ, ਫੈਸਲਾ ਤਾਂ ਉਹ ਵੀ ਨਹੀਂ ਪ੍ਰਧਾਨ ਮੰਤਰੀ ਸਾਹਿਬ ਤੋਂ ਬਿਨਾਂ ਕੁਝ ਲੈ ਸਕਦੇ? ਨਹੀਂ ਲੈ ਸਕਦੇਗੇ। ਇਹ ਤਾਂ ਗੱਲ ਹੁੰਦੀ ਆ ਜਦੋਂ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਮੁਹਿੰਮ ਦਾ ਇੱਕ ਆਗੂ ਹੁੰਦਾ ਆ, ਜੀ ਆਮ ਤੌਰ ਦੇ ਉੱਤੇ ਉਹਦੇ ਉੱਤੇ ਹੀ ਇਹ ਆਸਰਾ ਰੱਖਿਆ ਜਾਂਦਾ ਹੈਗਾ ਕਿ ਜੋ ਉਹ ਫੈਸਲਾ ਕਰੂਗਾ ਸਾਨੂੰ ਉਹੀ ਪ੍ਰਵਾਨ ਆ। ਇਹ ਵੀ ਕਹਿ ਸਕਦੇ ਕਿ ਲਕੀਰ ਦੇ ਫਕੀਰ ਕਈ ਵਾਰੀ ਬਣ ਜਾਂਦੇ, ਤੁਸੀਂ ਆਪਣੇ ਫੈਸਲੇ ਜਿਹੜੇ ਆ ਉਹ ਨਹੀਂ ਲਾਗੂ ਕਰਦੇ, ਨਹੀਂ ਤੁਸੀਂ ਆਪਣੀ ਸਲਾਹ ਜਿਹੜੀ ਆ ਉਹ ਵੀ ਖੁੱਲ੍ਹ ਕੇ ਦੇ ਸਕਦੇ, ਆ ਵੀ ਹੁੰਦਾ ਬਹੁਤ ਵਾਰੀ। ਹੁਣ ਇੱਥੇ ਇੱਕ ਇਹ ਗੱਲ ਆ ਕਿ ਉਹ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈਗਾ ਕਿ ਉਹ ਹੈਰਾਨੀ ਹੈ ਕਿ ਜਿਆਣੀ ਵੀ ਪੰਜਾਬ ਦੇ ਨਾਲ ਸੰਬੰਧਿਤ ਹੈ ਜੀ, ਹਰਜੀਤ ਗਰੇਵਾਲ ਵੀ ਪੰਜਾਬ ਨਾਲ ਸੰਬੰਧਿਤ ਹੈ, ਇਹਦੇ ਬਾਵਜੂਦ ਉਹ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰਦੇ। ਉਹ ਤਾਂ ਸਿਰਫ ਆਪਦੀ ਕੇਂਦਰ ਸਰਕਾਰ ਦੀ, ਉਹ ਭਾਜਪਾ ਦੀ ਜਿਹੜੀ ਆ ਪਿੱਠੀ ਥੱਪੜੀ ਜਾਂਦੇ ਔਰ ਜੋ ਕਹਿ ਰਹੇ ਆ ਵੀ ਉਹ ਉਹਨਾਂ ਦੇ ਜਿਹੜੇ ਇਹ ਮੰਨ ਲੈਣੇ ਚਾਹੀਦੇ ਖੇਤੀ ਕਾਨੂੰਨ ਜਿਹੜੇ ਆ ਉਹ ਮੰਨ ਲੈਣੇ ਚਾਹੀਦੇ, ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਹੈਗੇ। ਜਦੋਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਨਰਿੰਦਰ ਮੋਦੀ ਜਿਨ੍ਹਾਂ ਨੇ ਹਜੇ ਤੱਕ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੀ ਗੱਲ ਨਹੀਂ ਕੀਤੀ, ਇੱਕ ਵੀ ਮੀਟਿੰਗ ਨਹੀਂ ਕੀਤੀ, ਇੰਨੇ ਕਿਸਾਨ ਨੌਜਵਾਨ ਬੱਚੇ ਸ਼ਹੀਦ ਹੋ ਗਏ ਆ ਤੇ 57 ਦੇ ਕਰੀਬ ਜਿਹੜੇ ਕਿਸਾਨ ਹੈਗੇ ਆ ਉਹ ਹੁਣ ਤੱਕ ਸ਼ਹੀਦ ਹੋ ਚੁੱਕੇ ਆ, ਪਰ ਨਰਿੰਦਰ ਮੋਦੀ ਦਾ ਇੱਕ ਵੀ ਜਿਹੜਾ ਬਿਆਨ ਹੈ ਉਹ ਹਜੇ ਤੱਕ ਨਹੀਂ ਆਇਆ। ਔਰ ਇਹ ਕਿੱਡੀ ਮਤਲਬ ਆਧਾਰਹੀਨ ਵਿਡੰਬਣਾ ਇਸ ਗੱਲ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਹੜੇ ਪਾਸੇ ਨੂੰ ਮਤਲਬ ਇੱਕ ਦੇਸ਼ ਦਾ ਆਗੂ ਹੋਵੇ, ਇੱਕ ਰਾਜਾ ਹੋਵੇ, ਉਹਨੂੰ ਆਪਣੀ ਪ੍ਰਜਾ ਦਾ ਬਿਲਕੁਲ ਵੀ ਫਿਕਰ ਨਹੀਂ ਹੈ। ਬੜੀ ਹੈਰਾਨੀ ਦੀ ਗੱਲ ਹੈ। ਦੇਖੋ ਉਹ ਤਾਂ ਪੰਜਾਬ ਤੋਂ ਬਹੁਤ ਦੂਰ ਬੈਠੇ ਆ ਮੋਦੀ ਸਾਹਿਬ ਤਾਂ, ਤੇ ਇਹ ਤਾਂ ਸਾਡੇ ਆਪਣੇ ਹੀ ਚੁਣੇ ਹੋਏ, ਆਪਣੇ ਲੋਕਾਂ ਦੇ ਚੁਣੇ ਹੋਏ ਆਗੂ ਆ। ਸ਼ਾਇਦ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਚੁਣਦੇ ਨਾ, ਤੇ ਅੱਜ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੂੰ ਮੀਟਿੰਗ ਲਈ ਬੁਲਾਉਂਦੇ ਵੀ ਨਾ, ਕਿਉਂਕਿ ਸਾਡੇ ਲੋਕਾਂ ਨੇ ਚੁਣਿਆ ਹੋਇਆ। ਕਮਲਜੀਤ ਜੀ, ਇਹ ਇਸ ਖਬਰ ਦਾ ਜਦੋਂ ਅਸੀਂ ਵਿਸਥਾਰ ਹੁਣ ਘੋਖ ਲਿਆ ਹੋਇਆ, ਤੇ ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਜਾਨਣਾ ਚਾਹੁੰਦੀ ਹਾਂ ਤੁਹਾਡੇ ਤੋਂ ਕਿ ਕੀ ਲੱਗਦਾ ਲੋਕ ਪਹਿਲਾਂ ਹੀ ਜਿਹੜੇ ਆ ਇਹਨਾਂ ਨੂੰ ਜਿਹੜੇ ਇਹਨਾਂ ਦੇ ਲਈ ਉਹਨਾਂ ਦੇ ਦਿਲ 'ਚ ਗੁੱਸਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦਾ ਗੁੱਸਾ ਹੋਣਾ ਜਾਇਜ਼ ਵੀ ਆ ਕਿ ਅਸੀਂ ਵੋਟਾਂ ਪਾ ਕੇ ਤੁਹਾਨੂੰ ਇਹਨਾਂ ਕੁਰਸੀਆਂ ਤੱਕ ਪਹੁੰਚਾਇਆ ਤੇ ਤੁਸੀਂ ਸਾਡੇ ਹੀ ਪੱਖ ਦੀ ਗੱਲ ਨਹੀਂ ਕਰ ਰਹੇ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਬਿਆਨ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਬਾਹਰ ਆ ਕੇ ਕਿਸਾਨ ਆਗੂ ਜਿਹੜੇ ਬਹੁਤ ਪਿਆਰ ਨਾਲ, ਬੜੇ ਸਲੀਕੇ ਨਾਲ, ਜਿਹੜਾ ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਬਣਿਆ ਹੋਇਆ ਕਿਤੇ ਨਾ ਕਿਤੇ, ਕਿਉਂਕਿ ਉਹ ਸਹੀ ਸਲਾਮਤ ਬੱਚਿਆਂ ਨੂੰ ਆਪਣੇ ਘਰਾਂ 'ਚ ਵਾਪਸ ਲੈ ਕੇ ਆਉਣਾ ਚਾਹੁੰਦੇ ਆ, ਪਰ ਉੱਥੇ ਘੱਟੋ ਘੱਟ 55 ਜਾਂ 60 ਦੇ ਕਰੀਬ ਜਿਹੜੀਆਂ ਸ਼ਹਾਦਤਾਂ ਹੋ ਗਈਆਂ, ਉਹਨਾਂ ਦੇ ਵੀ ਪ੍ਰੈਸ਼ਰ ਬਣਿਆ ਹੋਇਆ। ਇਹਨਾਂ ਨੇ ਸਿੱਧੇ ਜਿਹੜਾ ਕੁਐਸਚਨ ਮਾਰਕ ਉਹਨਾਂ ਦੇ ਉੱਤੇ ਲਾ ਦਿੱਤਾ ਔਰ ਪਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਹੀ ਲੋਕ ਇਹਨਾਂ ਦੇ ਨਾਲ ਗੁੱਸੇ ਆ, ਹੁਣ ਜਿਹੜੇ ਪੰਜਾਬ ਦੇ ਲੋਕਾਂ ਦਾ ਰਿਐਕਸ਼ਨ ਕੀ ਹੋ ਸਕਦਾ ਇਸ ਚੀਜ਼ ਤੇ? ਦੇਖੋ, ਜਦੋਂ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਨਹੀਂ ਕਰਨਗੇ, ਉਸ ਹੱਕ ਦੇ ਵਿੱਚ ਨਹੀਂ ਖੜੋਣਗੇ, ਕਿਸਾਨੀ ਅੰਦੋਲਨ ਜਿਹੜਾ ਕਿ ਲੰਮਾ ਹੈ ਇਸ ਟਾਈਮ, ਇਹੋ ਜਿਹੀ ਠੰਡ ਦੇ ਵਿੱਚ, ਇਹੋ ਜਿਹੇ ਮੀਂਹ ਦੇ ਵਿੱਚ ਕਿਸਾਨ ਉੱਥੇ ਡਟੇ ਹੋਏ ਆ, ਆਪਣੀ ਉਸੇ ਗੱਲ ਦੇ ਉੱਤੇ ਕਾਇਮ ਹੈ ਕਿ ਖੇਤੀ ਕਾਨੂੰਨ ਜਿਹੜੇ ਆ ਉਹ ਹਰ ਹਾਲਤ ਰੱਦ ਕਰਵਾਉਣੇ ਹੀ ਕਰਵਾਉਣੇ ਆ। ਫਿਰ ਵੀ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇਹ ਉਸੇ ਜਗ੍ਹਾ ਤੇ ਵਾਪਸ ਹੀ ਆਪਣਾ ਜਿਹੜਾ ਹੈਗਾ, ਇੰਨੀਆਂ ਮੀਟਿੰਗਾਂ ਹੋ ਚੁੱਕੀਆਂ ਔਰ ਕਿਸੇ ਵੀ ਮੀਟਿੰਗ ਦੇ ਵਿੱਚ ਅੰਤਮ ਫੈਸਲਾ ਸਾਡੇ ਸਾਹਮਣੇ ਆਉਂਦਾ ਕਿ ਨਹੀਂ ਜੀ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਤਾਂ ਫਿਰ ਪੰਜਾਬ ਦੇ ਕਿਸਾਨ ਜਿਹੜੇ ਉੱਥੇ ਮੋਰਚਿਆਂ ਤੇ ਬੈਠੇ ਆ ਤੇ ਸਮੁੱਚੇ ਜਿਹੜੇ ਕਿਸਾਨ ਵੱਖ-ਵੱਖ ਸੂਬਿਆਂ ਤੋਂ ਆ ਕੇ ਉਹਨਾਂ ਦਾ ਸਹਿਯੋਗ ਦੇ ਰਹੇ ਹੈਗੇ ਆ, ਉਹ ਕੋਈ ਵੀ ਇਹਨਾਂ ਨੂੰ ਫੁੱਲ ਨਹੀਂ ਪਾਉਣਗੇ। ਵੱਡੀ ਗੱਲ ਹੈ ਜੀ, ਇਹ ਕਿਤੇ ਨਾ ਕਿਤੇ ਜਿੱਦ ਦਾ ਜਿਹੜਾ ਇੱਕ ਨਾਮ ਦੇ ਰਹੇ ਆ। ਮੈਂ ਖੁਦ ਹੈਰਾਨ ਆ ਇਹਨਾਂ ਚੀਜ਼ਾਂ ਤੋਂ ਕਿ ਇੰਨੇ ਜਿਹੜੇ ਆ ਗੈਰ ਜ਼ਿੰਮੇਵਾਰਾਨਾ ਬਿਆਨ ਜਿਹੜੇ ਆ ਉਹ ਨਹੀਂ ਹੋ ਸਕਦੇ ਕਿ ਤੁਸੀਂ ਇੱਕ ਜਿੱਦ ਦਾ ਨਾਮ ਦੇ ਰਹੇ ਆ। ਉਹ ਕੋਈ ਬੱਚੇ ਨਹੀਂ ਆ ਜਿਹੜੇ ਕੋਈ ਖਿਡੌਣੇ ਦੀ ਜਿੱਦ ਕਰ ਰਹੇ ਆ, ਉਹ ਕੋਈ ਬੱਚੇ ਨਹੀਂ ਹੈਗੇ ਜਿਹੜੇ ਸ਼ਹਾਦਤਾਂ ਦੇ ਰਹੇ, ਉਹ ਮਾਵਾਂ ਬੱਚੀਆਂ ਨਹੀਂ ਹੈਗੀਆਂ ਜਿਨ੍ਹਾਂ ਨੇ ਆਪਣੇ ਬੱਚੇ ਹੀ ਜਿਹੜੇ ਹਮੇਸ਼ਾ ਦੇ ਲਈ ਗਵਾ ਲਏ ਹੋਏ ਨਾ। ਹੁਣ ਦੂਜੀ ਖਬਰ ਦੇ ਉੱਤੇ ਆਉਂਦੇ ਆ। ਦੂਜੀ ਖਬਰ ਜਿਹੜੀ ਸਾਡੇ ਕੋਲੇ ਉਹ ਆ ਕਿ ਰਿਲਾਇੰਸ ਜਿਹੜੇ ਟਾਵਰਾਂ ਦੇ ਨਾਲ ਜਿਹੜਾ ਇੱਕ ਲੋਕਾਂ ਦਾ ਇੱਕ ਗੁੱਸਾ ਕਿਤੇ ਨਾ ਕਿਤੇ ਵਿਅਕਤ ਹੋਇਆ ਸੀ ਕਿ ਉਹਨਾਂ ਨੇ ਕੁਝ ਇਦਾਂ ਦੀਆਂ ਚੀਜ਼ਾਂ ਕੀਤੀਆਂ ਕਿ ਰਿਲਾਇੰਸ ਟਾਵਰਾਂ ਨੂੰ ਨੁਕਸਾਨ ਪਹੁੰਚਿਆ, ਜਾਂ ਰਿਲਾਇੰਸ ਦੇ ਜਿਹੜੇ ਸਟੋਰ ਹੈਗੇ ਉਹ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਬੰਦ ਆ। ਹਾਲਾਂਕਿ ਭਾਰਤ ਦੇ ਵਿੱਚ ਬਹੁਤ ਜਗ੍ਹਾ ਤੇ ਇਹਨਾਂ ਦੇ ਸਟੋਰ ਬੰਦ ਆ, ਲੋਕ ਵਿਰੋਧ ਜਤਾ ਰਹੇ ਆ, ਪਰ ਗੋਦੀ ਮੀਡੀਆ ਦੀ ਇੱਕ ਕੋਸ਼ਿਸ਼ ਆ ਵੀ ਉਹ ਕੱਲਾ ਇਹ ਦਿਖਾ ਰਿਹਾ ਵੀ ਕੱਲੇ ਪੰਜਾਬ ਨੂੰ ਇਹਦੇ ਤੋਂ ਤਕਲੀਫ ਆ ਜੀ, ਪੂਰੇ ਭਾਰਤ ਦੇ ਵਿੱਚ ਬੜਾ ਸਭ ਕੁਝ ਚੰਗਾ, ਸਭ ਵਧੀਆ ਹੈ ਨਾ। ਤੇ ਉਹਦੇ ਲਈ ਆਪਣੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਇੱਕ ਬਿਆਨ ਆਇਆ ਵਾ ਉਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਬਿਆਨ ਆ ਗਿਆ ਹੋਇਆ। ਬਿਲਕੁਲ, ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਇਹ ਆਇਆ ਹੈਗਾ ਕਿ ਵੈਸੇ ਤਾਂ ਅਦਾਲਤ ਜਾਂ ਕੋਈ ਵੀ ਸਰਕਾਰ ਹੈ ਕਿਸੇ ਦੀ ਜਾਨ ਮਾਲ ਦੀ ਰਾਖੀ ਵਾਸਤੇ ਤਾਂ ਜ਼ਿੰਮੇਵਾਰ ਹੋ ਸਕਦੀ ਹੈ, ਪਰ ਜਿਹੜੇ ਸਮਾਨ ਆ ਜਾਂ ਸਟੋਰ ਆ ਉਹਦੀ ਰਾਖੀ ਦੀ ਕੋਈ ਜ਼ਿਆਦਾ ਜ਼ਿੰਮੇਵਾਰ ਨਹੀਂ ਹੈਗੀ। ਪਰ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਜਿਹੜੇ ਉਹਨਾਂ ਦੇ ਸਟੋਰ ਆ ਜਾਂ ਰਿਲਾਇੰਸ ਦੇ ਟਾਵਰ ਹੈ ਉਹ ਕਿਸਾਨਾਂ ਵੱਲੋਂ ਪਿਛਲੇ ਦਿਨਾਂ 'ਚ ਅਸੀਂ ਦੇਖਦੇ ਹਾਂ। ਔਰ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਰਮਨ ਆਇਆ ਸੀਗਾ, ਉਹਨਾਂ ਨੇ ਵੀ ਕਿਹਾ ਸੀਗਾ ਵੀ ਇਸ ਤਰੀਕੇ ਨਾਲ ਜਿਹੜਾ ਆ ਸਾਡੀ ਜਿਵੇਂ ਕਿ ਹੁਣ ਕੋਵਿਡ-19 ਦਾ ਕਰੋਨਾ ਦੀ ਉਹ ਚੱਕਰ ਆ, ਉਹ ਕਹਿੰਦੇ ਸੀਗੇ ਕਿ ਨਹੀਂ ਇਹ ਜਿਹੜੀ ਆ ਸਾਨੂੰ ਜ਼ਰੂਰਤ ਆ ਕਿਤੇ ਜਿਹੜੀ ਉਹ ਨੈਟਵਰਕ ਆ ਉਹ ਟੁੱਟ ਰਿਹਾ ਹੈਗਾ ਤੇ ਤੁਸੀਂ ਇਹ ਕੰਮ ਨਾ ਕਰੋ।
ਪਰ ਇਹਦੇ ਬਾਵਜੂਦ ਹੁਣ ਜਦੋਂ ਕਿ ਇਹ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਕੋਲੇ ਪਹੁੰਚਿਆ ਹੈ ਔਰ ਜੀ। ਉਹਨਾਂ ਨੇ ਇਹ ਗੱਲ ਦੀ ਮੰਗ ਰੱਖੀ ਹੈਗੀ ਕਿ ਸਾਡੀ ਜਿਹੜੀ ਆ ਇਹ ਰਾਖੀ ਕੀਤੀ ਜਾਵੇ, ਸਾਡੇ ਸਟੋਰਾਂ ਦੀ ਰਾਖੀ ਕੀਤੀ ਜਾਵੇ, ਸਾਡੇ ਟਾਵਰਾਂ ਦੀ ਜਿਹੜੀ ਆ ਰਾਖੀ ਕੀਤੀ ਜਾਵੇ, ਕਿਉਂਕਿ ਉਹਨਾਂ ਦਾ ਕਾਰੋਬਾਰ ਵੀ ਘਾਟੇ 'ਚ ਜਾ ਰਿਹਾ ਜੀ, ਕਾਰਪੋਰੇਟ ਜੀ। ਘਰਾਣੇ ਦਾ। ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਸਰਕਾਰ ਨੇ ਜਿਹੜਾ ਫੈਸਲਾ ਹਾਈ ਕੋਰਟ ਨੇ ਜਿਹੜਾ ਆਦੇਸ਼ ਦਿੱਤਾ, ਸਰਕਾਰ ਉਸ ਫੈਸਲੇ ਮੁਤਾਬਕ ਹੁਣ ਇਹ ਕਰ ਰਹੀ ਹੈਗੀ ਆ ਜੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਪੁਲਿਸ ਦੀਆਂ ਡਿਊਟੀਆਂ ਲਾਈਆਂ ਹੋਈਆਂ ਹੈ, ਪੁਲਿਸ ਤਾਇਨਾਤ ਕੀਤੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੈ ਉਹਨਾਂ ਨੂੰ ਵੀ ਇਹ ਹਦਾਇਤ ਜਾਰੀ ਕੀਤੀ ਹੈ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੇ ਸਟੋਰ ਆ, ਜਿੱਥੇ ਵੀ ਇਸ ਤਰੀਕੇ ਦੇ ਲਾਈਨਸ ਟਾਵਰ ਆ, ਉਹਨਾਂ ਦੀ ਜਿਹੜੀ ਆ ਉਹ ਰਾਖੀ ਕੀਤੀ ਜਾਵੇ। ਤਾਂ ਸੋ ਇਹ ਆ ਵੀ ਸਰਕਾਰ ਨੂੰ ਜਿਹੜਾ ਆ ਉਹ ਹਾਈ ਕੋਰਟ ਦਾ ਫੈਸਲਾ ਆ ਉਹ ਪ੍ਰਮਾਣ ਕਰਨਾ ਹੀ ਪੈਣਾ ਹੈਗਾ ਔਰ ਜੀ। ਉਹ ਇੱਕ ਜ਼ਿੰਮੇਵਾਰ ਸਰਕਾਰ ਜਿਹੜੀ ਆ ਉਹ ਆਪਣੇ ਕਿਸੇ ਵੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਦੇਣਾ ਚਾਹੁੰਦੀ ਹੁੰਦੀ ਔਰ ਇਸ ਕਰਕੇ ਇਖਲਾਕੀ ਤੌਰ ਦੇ ਉੱਤੇ ਜੋ ਫੈਸਲਾ ਹੈ ਉਹਨੂੰ ਪ੍ਰਮਾਣ ਕਰਨਾ ਹੀ ਪੈਣਾ। ਹਾਈ ਕੋਰਟ ਹੋ ਗਈ ਜਾਂ ਸੁਪਰੀਮ ਕੋਰਟ ਹੋ ਗਈ, ਉਹਦੇ ਅਸੀਂ ਹਮੇਸ਼ਾ ਹੀ ਜਿਹੜੀ ਇੱਕ ਸਨਮਾਨਜਨਕ ਜਿਹੜੀ ਇੱਕ ਪੇਸ਼ ਕਰਦੇ ਹੈਗੇ ਆ ਅਸੀਂ ਆਪਣੇ ਆਪ ਨੂੰ, ਮਾਣਯੋਗ ਅਦਾਲਤ ਤੇ ਬਿਲਕੁਲ ਜੀ, ਤੇ ਉਹਦੇ ਲਈ ਕੋਈ ਕਿੰਤੂ ਪਰੰਤੂ ਹੋਣਾ ਵੀ ਨਹੀਂ ਚਾਹੀਦਾ। ਬਿਲਕੁਲ। ਪਰ ਜੇ ਦੂਜੇ ਪਾਸੇ ਧਿਆਨ ਜਾਂਦਾ ਹੈਗਾ ਕਿ ਜਦੋਂ ਜਿਹੜੇ ਵੀ ਇੱਕ ਵੱਡੇ ਅਦਾਰੇ ਹੁੰਦੇ ਆ, ਚਾਹੇ ਉਹ ਫੈਕਟਰੀਆਂ ਹੋਣ, ਚਾਹੇ ਕੋਈ ਵੱਡੇ ਸਟੋਰ ਹੋਣ, ਜਿਹੜੇ ਵੀ ਅਸੀਂ ਇਲਾਕੇ ਦੇ ਵਿੱਚ ਉਹ ਹੁੰਦੀਆਂ ਤੇ ਉਹ ਉੱਥੋਂ ਦੇ ਲੋਕਾਂ ਦੇ ਲਈ ਕੁਝ ਇੱਕ ਜਿਹੜਾ ਫੰਡਿੰਗ ਕੱਢਦੀਆਂ ਹੁੰਦੀਆਂ ਵਾ ਉੱਥੋਂ ਦੇ ਲੋਕਾਂ ਦੀ ਭਲਾਈ ਦੇ ਲਈ, ਤੇ ਜੇ ਉਹੀ ਲੋਕ ਤੁਹਾਡੀ ਵਜ੍ਹਾ ਕਰਕੇ ਆਹਤ ਹੋ ਰਹੇ ਆ ਕਿਤੇ ਨਾ ਕਿਤੇ, ਜਿਹੜੇ ਉਹ ਘਰਾਣਿਆਂ ਦੀ ਜਾਂ ਉਹ ਫੈਕਟਰੀਆਂ ਵਾਲਿਆਂ ਦੀ ਜਾਂ ਮਾਲਕਾਂ ਦੀ ਜਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਕਿਤੇ ਨਾ ਕਿਤੇ ਸੰਵੇਦਨਸ਼ੀਲਤਾ ਤੁਹਾਨੂੰ ਐ ਨਹੀਂ ਲੱਗਦਾ ਵੀ ਗਾਇਬ ਆ? ਕਿਉਂਕਿ ਜਿੱਥੋਂ ਉਹ ਕਮਾ ਰਹੇ ਆ, ਜਿੱਥੇ ਉਹ ਜ਼ਿਆਦਾ ਪੈਰ ਪਸਾਰੇ ਹੋਏ ਸੀ ਜਾਂ ਆਉਣ ਵਾਲੇ ਸਮੇਂ 'ਚ ਪਸਾਰਨਾ ਚਾਹੁੰਦੇ ਸੀ ਕਿ ਜਿਹੜਾ ਸਾਰੇ ਲੋਕਾਂ ਦੇ ਸਾਹਮਣੇ ਨੰਗਾ ਚਿੱਟਾ ਜਿਹੜਾ ਉਹ ਸੱਚ ਨਿਕਲ ਆਇਆ ਹੋਇਆ, ਤੇ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਸ ਮਾਮਲੇ 'ਚ ਜਿੱਥੇ ਸਾਡੇ ਲੋਕ ਇੰਨੇ ਸ਼ਹੀਦ ਹੋ ਗਏ ਆ ਜਾਂ ਦਿੱਲੀ ਦੇ ਵਿੱਚ ਬੈਠੇ ਲੋਕ ਘਰਾਂ ਤੋਂ ਬਿਨਾਂ, ਉਹ ਵੀ ਜਿਹੜੀ ਕੜਕਦੀ ਠੰਡ ਦੇ ਵਿੱਚ, ਇੱਥੇ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਵੀ ਉਹਨਾਂ ਦੀ ਸੰਵੇਦਨਸ਼ੀਲਤਾ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਕਿਤੇ ਨਾ ਕਿਤੇ ਖਤਮ ਹੋਈ ਲੱਗਦੀ ਹੈ, ਗਾਇਬ ਲੱਗਦੀ? ਮੈਂ ਇੱਥੇ ਵੀ ਗੱਲ ਕਹਾਵਤ 'ਚ ਕਹੂੰਗਾ ਕਿ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਕੁਝ ਗੱਲ ਇਹਨਾਂ ਦੀ ਇਹੀ ਆ, ਕਿਉਂਕਿ ਹਜੇ ਤੱਕ ਜੇ ਅਸੀਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰੀਏ, ਚਾਹੇ ਅਸੀਂ ਸ਼ਾਪਿੰਗ ਮਾਲਸ ਦੀ ਗੱਲ ਕਰ ਲਈਏ, ਚਾਹੇ ਅਸੀਂ ਟਾਵਰਾਂ ਦੀ ਗੱਲ ਕੀਤੀ ਆ, ਸਟੋਰਾਂ ਦੀ ਗੱਲ ਕੀਤੀ ਆ, ਇਸ ਤਰ੍ਹਾਂ ਅਸੀਂ ਟੋਲ ਪਲਾਜ਼ਿਆਂ ਦੀ ਵੀ ਗੱਲ ਕੀਤੀ, ਮਤਲਬ ਇਹਨਾਂ ਸਾਰਿਆਂ ਦੀ ਅਗਰ ਚਰਚਾ ਕਰੀਏ ਤੇ ਹਜੇ ਤੱਕ ਜਿਹੜੇ ਕਿ ਪੰਜਾਬ ਦੇ ਵਿੱਚੋਂ ਇੰਨੀ ਕਮਾਈ ਕਰਦੇ ਪਏ ਆ, ਅਰਬਾਂ ਖਰਬਾਂ ਹੀ ਕਹਿ ਸਕਦਾ ਹੈ ਹੁਣ ਤੱਕ, ਜਦੋਂ ਦੇ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਇਆ ਔਰ ਜਿੱਥੋਂ ਕਮਾਈ ਕਰ ਰਿਹਾ ਉਹਨਾਂ ਲੋਕਾਂ ਪ੍ਰਤੀ, ਉਸ ਸਮਾਜ ਪ੍ਰਤੀ ਉਹ ਇੰਨੇ ਸੰਵੇਦਨਹੀਨ ਹੋ ਚੁੱਕੇ ਆ ਕਿ ਹੈਰਾਨੀ ਆਉਂਦੀ ਆ ਕਿ ਇਹ ਇਨਸਾਨ ਹੈ ਜਾਂ ਇਨਸਾਨ ਕਹਿਣ ਦੇ ਇਹ ਕਾਬਲ ਹੈ ਕਿ ਜਿਨ੍ਹਾਂ ਦੇ ਮਨ 'ਚ ਜਰਾ ਵੀ ਦਰਦ ਨਹੀਂ। ਔਰ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਵਾਕਈ ਪੱਥਰ ਦੇ ਲੋਕ ਆ ਔਰ ਇਹ ਇੱਥੋਂ ਹੀ ਇਹਨਾਂ ਦੇ ਮਨਸੂਬੇ ਜਿਹੜੇ ਆ, ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਜੋ ਕਰ ਰਹੇ ਹੈਗੇ ਇਹਨਾਂ ਘਰਾਣਿਆਂ ਦੇ ਖਿਲਾਫ ਉਹ ਵਧੀਆ ਕਰ ਰਹੇ ਹੈਗੇ ਆ, ਤਾਂ ਕਿ ਇਹਨਾਂ ਨੂੰ ਥੋੜਾ ਜਿਹਾ ਇਹ ਤਾਂ ਪਤਾ ਲੱਗੇ ਕਿ ਜਿਸ ਪੰਜਾਬ ਦੀ ਧਰਤੀ ਦੇ ਉੱਤੋਂ ਤੁਸੀਂ ਇੰਨੇ ਕਾਰੋਬਾਰ ਖੜੇ ਕਰ ਲਏ ਆ, ਜਿਸ ਪੰਜਾਬ ਦੀ ਧਰਤੀ ਤੋਂ ਤੁਸੀਂ ਇੰਨਾ ਮੁਨਾਫਾ ਕਮਾ ਰਹੇ ਹੋ, ਵੱਡੇ ਪੱਧਰ ਦੇ ਉੱਤੇ ਤੁਹਾਡੇ ਕੰਮ ਚੱਲ ਰਹੇ ਆ, ਤੁਸੀਂ ਉਸੇ ਪੰਜਾਬੀਆਂ ਦੇ ਪ੍ਰਤੀ ਇੰਨੇ ਸੰਵੇਦਨਹੀਨ ਹੋਣਾ ਤਾਂ ਵਾਕਈ ਇੱਕ ਮਨੁੱਖਤਾ ਦੇ ਉੱਤੇ ਇੱਕ ਬਹੁਤ ਵੱਡਾ ਇਹਨਾਂ ਦਾ ਕਲੰਕ ਕਹਿ ਸਕਦੇ ਹਾਂ। ਇੱਕ ਪਾਸੇ ਉਹ ਲੋਕ ਆ ਜਿਨ੍ਹਾਂ ਦੇ ਘਰ ਭਰੇ ਭਰਾਏ ਹੋਏ ਆ, ਸਭ ਕੁਝ ਵਾਧੂ ਆ, ਤੇ ਇੱਕ ਪਾਸੇ ਉਹ ਲੋਕ ਵੀ ਆ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਹੈਗਾ, ਪਰ ਉਹ ਇਸ ਕਿਸਾਨੀ ਅੰਦੋਲਨ ਦੇ ਲਈ ਸ਼ਹਾਦਤਾਂ ਜਿਹੜੀਆਂ ਪਾ ਗਏ ਹੋਏ ਆ। ਕਮਲਜੀਤ ਜੀ, ਹੁਣ ਜੇ ਧਿਆਨ ਕਰੀਏ ਸਾਡੇ ਸਿੰਗਰਾਂ ਨੂੰ ਲੈ ਕੇ ਜਿਹੜੀਆਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹੈਗੀਆਂ ਹਨਾ, ਜਿਹੜੀਆਂ ਹਥਿਆਰਾਂ ਨੂੰ ਲੈ ਕੇ ਕਦੇ ਉਹਨਾਂ ਦੇ ਗਾਣੇ ਆ, ਕਦੇ ਕੁਝ, ਇਹ ਮਤਲਬ ਕਹਿ ਸਕਦੇ ਆ ਵੀ ਕੰਟਰੋਵਰਸੀ ਦੇ ਵਿੱਚ ਰਹਿੰਦੇ ਹੈਗੇ ਆ। ਪਰ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਸਿੰਗਰਾਂ ਨੇ ਆਪਣੇ ਇੱਕ ਸਹੀ ਅਕਸ ਨੂੰ ਉਭਾਰਿਆ ਹੈਗਾ, ਸਾਨੂੰ ਬਹੁਤ ਸੋਹਣੇ ਗਾਣੇ ਸੁਣਨ ਨੂੰ ਮਿਲ ਰਹੇ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਆਪਣੇ ਪੰਜਾਬ ਵਾਸੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਪਰ ਇਸ ਸਮੇਂ ਦੇ ਦੌਰਾਨ ਇੱਕ ਅਜਿਹੇ ਗੀਤਕਾਰ, ਇੱਕ ਗਾਇਕ ਦੀ ਅਜਿਹੀ ਖਬਰ ਆਈ ਹੈ ਜਿਹਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ, ਤੇ ਉਹਦੇ ਉੱਤੇ ਜਿਹੜੀਆਂ ਕਾਫੀ ਧਾਰਾਵਾਂ ਜਿਹੜੀਆਂ ਲਾਈਆਂ ਗਈਆਂ, ਤੇ ਇਲਜ਼ਾਮ ਉਹਦੇ ਉੱਤੇ ਇਹ ਆ ਵੀ ਉਸ ਜਿਹੜੇ ਗਾਇਕ ਨੇ, ਗੀਤਕਾਰ ਨੇ, ਇੱਕ ਇਹੋ ਜਿਹਾ ਗਾਣਾ ਅਪਲੋਡ ਕੀਤਾ ਜਿਹੜਾ ਹਥਿਆਰਾਂ ਨੂੰ ਉਤਸ਼ਾਹਿਤ ਕਰਦਾ ਹੈਗਾ ਵਾ, ਜਿਹੜੀਆਂ ਗਨ ਦਾ ਜਿਹੜਾ ਇੱਕ ਹੈਗਾ ਕਲਚਰ ਹੈਗਾ ਉਹਨੂੰ ਜਿਹੜਾ ਉਤਸ਼ਾਹਿਤ ਕਰਦਾ ਹੈਗਾ। ਤੇ ਇਸ ਸਮੇਂ ਦੇ ਦੌਰਾਨ ਇੱਕ ਗਾਇਕ ਦੇ ਵੱਲੋਂ ਇਹੋ ਜਿਹੀ ਜਿਹੜੀ ਖਬਰ ਆਉਣੀ ਹੈ, ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ, ਮੈਂ ਇਹ ਖਬਰ ਜੋ ਹੈ ਮੈਂ ਉਹਦੇ ਮੁਤਾਬਕ ਗੱਲ ਕਰੂੰਗਾ ਕਿ ਗੀਤ ਕੀ ਗਾਇਆ ਸੀਗਾ ਰਮਨ। ਇਹ ਹੋਇਆ ਇਹ ਸੀਗਾ ਕਿ ਨਵੰਬਰ 2020 ਦੇ ਵਿੱਚ ਇਹ ਗਾਣਾ ਆਇਆ ਸੀ ਜਾਨ। ਇਸ ਗਾਇਕ ਵੀ, ਉਹ ਗੀਤਕਾਰ ਵੀ ਹੈ, ਸ਼੍ਰੀ ਬਰਾੜ ਕਰਕੇ ਜਾਣਿਆ ਜਾਂਦਾ ਉਹਦਾ ਗਾਣਾ ਆਇਆ ਸੀਗਾ ਤੇ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। YouTube ਦੇ ਉੱਤੇ, ਸੋਸ਼ਲ ਮੀਡੀਆ ਉੱਤੇ ਉਹਦਾ ਗਾਣਾ ਚੱਲਿਆ ਔਰ ਹੈਰਾਨੀ ਦੀ ਗੱਲ ਹੈ ਕਿ ਗਾਣੇ ਦੇ ਬੋਲ ਤੁਸੀਂ ਸੁਣੋਗੇ, ਕਹਿੰਦੇ ਕਿ ਬੰਦੇ ਉਹ ਤੇਰੇ ਖਾਸ ਨੇ ਜਿਨ੍ਹਾਂ ਤੋਂ ਡਰੇ ਸਰਕਾਰ ਵੇ।
ਇੱਕ ਡੱਬ 'ਚ ਤੇ ਦੂਜਾ ਗੱਡੀ 'ਚ ਦੋ ਰੱਖਦੇ ਹਥਿਆਰ ਵੇ। ਬਾਪ ਰੇ। ਮਤਲਬ ਦੇਖੋ ਵੀ ਕਿੱਥੇ ਤਾਂ ਅਸੀਂ ਪੰਜਾਬ ਦੀ ਸਿਫਤ ਕਰਨੀ ਚਾਹੀਦੀ ਸੀ, ਇਹੋ ਜਿਹਾ ਅੰਦੋਲਨ ਚੱਲ ਰਿਹਾ, ਕਿੱਥੇ ਪੰਜਾਬ ਦੇ ਜਿਹੜੇ ਲੋਕਾਂ ਦੀ ਗੱਲ ਕਰਨੀ ਚਾਹੀਦੀ, ਲੋਕਾਂ ਦੀ ਪੀੜ ਦੀ ਗੱਲ ਕਰਨੀ ਚਾਹੀਦੀ, ਲੋਕ ਵੇਦਨਾ ਦੀ ਗੱਲ ਕਰਨੀ ਚਾਹੀਦੀ, ਉੱਤੇ ਉਹ ਗਾਇਕ ਦੇ ਮਨ 'ਚ ਪਤਾ ਨਹੀਂ ਕੀ ਚੱਲ ਰਿਹਾ ਹੈਗਾ। ਜਦੋਂ ਕਿ ਵੱਡੇ ਪੱਧਰ ਦੇ ਉੱਤੇ ਇਹ ਸਰਕਾਰੀ ਤੌਰ ਦੇ ਉੱਤੇ ਕਹਿ ਸਕਦੇ ਹੈਗੇ ਆ, ਕਾਨੂੰਨੀ ਤੌਰ ਦੇ ਉੱਤੇ ਅਸੀਂ ਗੱਲ ਜੋ ਅਦਾਲਤ ਦੀ ਕਰ ਲਈ ਤਾਂ ਅਦਾਲਤਾਂ ਵੱਲੋਂ ਵੀ ਆਮ ਤੌਰ ਤੇ ਇਹ ਕੀਤਾ ਜਾਂਦਾ। ਅਗਰ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਹੈ ਉਹ ਆਉਣੇ ਨਹੀਂ ਚਾਹੀਦੇਗੇ। ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਕੋਈ ਜਿਹੜਾ ਆ ਸੈਂਸਰ ਉਹ ਜ਼ਰੂਰ ਹੋਣਾ ਚਾਹੀਦਾ ਹੈਗਾ, ਕੋਈ ਸੈਂਸਰ ਬੋਰਡ ਬਣਨਾ ਚਾਹੀਦਾ ਤਾਂ ਕਿ ਇਸ ਤਰ੍ਹਾਂ ਦੇ ਗੀਤ ਸੋਸ਼ਲ ਮੀਡੀਆ ਉੱਪਰ ਵੀ ਆਉਂਦੇ ਆ ਤਾਂ ਆਉਣ ਤੋਂ ਪਹਿਲਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈਗੀ ਕਿ ਨੌਜਵਾਨ ਪੀੜ੍ਹੀ ਨੂੰ ਉਹ ਜਿਹੜੇ ਗੀਤ ਹੈ ਉਹਨਾਂ ਦੇ ਬੋਲ ਆ ਉਹ ਕਿਹੜੇ ਪਾਸੇ ਲੈ ਕੇ ਜਾਂਦੇ। ਕਮਲਜੀਤ ਜੀ, ਇਹ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਇਆ ਤੇ ਇਹਦੇ ਜਿਹੜੇ ਹੋਰ ਸਾਥੀ ਜਿਨ੍ਹਾਂ ਨੇ ਇਹਦੀ ਵੀਡੀਓ 'ਚ ਕੰਮ ਕੀਤਾ ਜਾਂ ਇਹਦੇ ਨਾਲ ਕੰਮ ਕੀਤਾ ਇਹ ਗਾਣੇ ਨੂੰ ਸਿਰੇ ਚੜਾਉਣ ਦੇ ਵਿੱਚ, ਉਹਨਾਂ ਸਾਰਿਆਂ ਨੂੰ ਲੱਭਣ ਦੇ ਲਈ ਛਾਪੇਮਾਰੀ ਹੋ ਰਹੀ ਹੈ। ਉਹ ਛਾਪੇਮਾਰੀ ਹੋ ਰਹੀ ਹੈ ਔਰ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਕਿ ਅਗਰ ਉਹ ਸੁਣ ਵੀ ਰਹੇ ਹੁਣ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਤੇ ਹੈਰਾਨੀ ਦੀ ਗੱਲ ਆ ਕਿ ਨੌਜਵਾਨ ਵੀਰੋ ਹੁਣ ਤੁਹਾਨੂੰ ਅਸੀਂ ਕੀ ਕਹਿ ਸਕਦੇ ਹਾਂ, ਗਾਇਕ ਗੀਤਕਾਰੀ ਔਰ ਕਲਾ ਤਾਂ ਕੋਈ ਮਾੜੀ ਨਹੀਂ ਹੁੰਦੀ, ਪਰ ਇਹ ਹੈ ਕਿ ਤੁਹਾਡੀ ਕਲਾ ਸਮਾਜ ਨੂੰ ਆਵਾਮ ਨੂੰ ਸੁਨੇਹਾ ਕੀ ਦੇ ਰਹੀ ਹੈ। ਤੁਹਾਨੂੰ ਇਹ ਤਾਂ ਸੋਚਣਾ ਚਾਹੀਦਾ ਹੈਗਾ ਵੀ ਅੱਜ ਹੋ ਕੀ ਰਿਹਾ ਪੰਜਾਬ ਨਾਲ, ਜਿਹੜਾ ਧੱਕਾ ਕੇਂਦਰ ਸਰਕਾਰ ਵੱਲੋਂ ਹੋ ਰਿਹਾ ਔਰ ਅਸੀਂ ਲਗਾਤਾਰ ਪਿਛਲੇ ਗਰਮੀਆਂ ਤੋਂ ਲੈ ਕੇ ਸਿਆਲ ਦੀ ਰੁੱਤ ਆ ਗਈ ਆ, ਹਾੜ ਦੇ ਉਸ ਤਪਦੇ ਮਹੀਨੇ ਤੋਂ ਲੈ ਕੇ ਤੇ ਠਰਦੇ ਪੋਹ ਮਾਘ ਦੀਆਂ ਆਹ ਦਿਨ ਆ ਗਏ ਆ ਜਿਹਦੇ ਵਿੱਚ ਅਸੀਂ ਸੰਘਰਸ਼ ਵਿੱਢੀ ਬੈਠੇ ਆ। ਉਹ ਸਾਡੇ ਉੱਥੇ ਇੰਨੇ ਜਿਹੜੇ ਹੈਗੇ ਬਜ਼ੁਰਗ ਆ, ਨੌਜਵਾਨ ਆ ਸਾਡੇ ਉੱਥੇ ਸ਼ਹੀਦ ਹੋ ਗਏ ਆ, 60 ਦੇ ਕਰੀਬ ਉਹਨਾਂ ਦੀ ਗਿਣਤੀ ਹੋ ਚੱਲੀ ਆ। ਇਹਦੇ ਬਾਵਜੂਦ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ? ਰਮਨ, ਮੈਨੂੰ ਇਹ ਹੁਣ ਨਹੀਂ, ਇਹ ਪਹਿਲਾਂ ਵੀ ਅਸੀਂ ਵੇਖ ਰਹੇ ਹਾਂ ਲੰਬੇ ਅਰਸੇ ਤੋਂ, ਪਿਛਲੇ 10 ਵਰਿਆਂ ਦਾ ਇੱਕ ਸਫ਼ਰ ਹੈ ਔਰ ਕਈ ਇਹੋ ਜਿਹੇ ਗਾਇਕ ਵੱਡੇ ਪੱਧਰ ਦੇ ਉੱਤੇ ਵੀ ਆ ਕਿ ਜਦੋਂ ਇੱਕ ਚਣਗ ਲੱਗ ਗਈ, ਜਦੋਂ ਇੱਕ ਕਹਿੰਦੇ ਵੀ ਤੁਸੀਂ ਗੁੜਤੀ ਦੇਤੀ, ਉਹ ਗੁੜਤੀ ਨੂੰ ਐਂ ਲੱਗਦਾ ਹੈਗਾ ਕਿ ਜੇ ਇੱਕ ਵੱਡੇ ਗਾਇਕ ਨੇ ਉਹ ਗਾਣਾ ਕਦੇ ਗਾਇਆ ਸੀਗਾ ਵਰਿਆਂ ਪਹਿਲਾਂ, 2 ਦਹਾਕੇ ਪਹਿਲਾਂ ਉਸ ਗਾਇਕ ਨੇ ਗਾਣਾ ਗਾਇਆ ਸੀਗਾ, ਰਿਵਾਲਵਰ ਰਫਲਾਂ ਦੀ ਗੱਲ ਕੀਤੀ ਸੀ, ਤੇ ਅੱਜ ਉਹ ਸਾਰੇ ਜਣੇ ਉਹਨੂੰ ਕਾਪੀ ਕਰਦੇ ਆ, ਉਹਨੂੰ ਕਾਪੀ ਕਰਦੇ ਆ। ਜੇ ਦੇਖਿਆ ਜਾਵੇ ਇਹ ਤਾਂ ਅਸਲ 'ਚ ਸਾਡੀ ਜ਼ਹਿਨੀਅਤ ਦੇ ਉੱਤੇ ਆ ਨਾ, ਅਸੀਂ ਕਿਸ ਚੀਜ਼ ਐਕਸੈਪਟ ਕਰਨਾ। ਤੇ ਪਹਿਲੇ ਸਮੇਂ 'ਚ ਚੰਗੇ ਗਾਣੇ ਵੀ ਬਹੁਤ ਆਏ ਹੋਣਗੇ, ਚੰਗੇ ਵੀ ਤਾਂ ਕਾਪੀ ਹੋਣੇ ਚਾਹੀਦੇ ਆ। ਬਿਲਕੁਲ। ਹਾਂਜੀ, ਔਰ ਅਸੀਂ ਦੇਖਦੇ ਆ ਵੀ ਸਾਡੇ ਕੋਲੇ ਅਗਰ ਗਾਇਕੀ ਦਾ ਇੱਕ ਬਹੁਤ ਵੱਡਾ ਅਮੀਰ ਵਿਰਸਾ ਆ, ਜਿਨ੍ਹਾਂ ਨੇ ਚੰਗੇ ਗੀਤਕਾਰਾਂ ਨੇ ਲਿਖੇ ਆ, ਚੰਗੇ ਗਾਇਕਾਂ ਨੇ ਗਾਏ ਆ ਔਰ ਬਹੁਤ ਲੰਬਾ ਇੱਕ ਕਹਿ ਸਕਦੇ ਹਾਂ ਕਿ ਪੂਰੇ 8 ਦਹਾਕਿਆਂ ਦਾ ਉਹ ਇੱਕ ਲੰਮਾ ਸਫ਼ਰ ਹੈ ਸਾਡੀ ਪੰਜਾਬੀ ਗਾਇਕੀ ਦਾ ਵੀ, ਜਿਹਦੇ ਵਿੱਚ ਬੜੇ ਸਾਫ਼ ਸੁਥਰੇ ਗੀਤ ਆਏ ਆ। ਅੱਜ ਵੀ ਲੋੜ ਹੈ, ਅੱਜ ਵੀ ਹੁਣ ਜਦੋਂ ਤੁਸੀਂ ਉਹ ਗੱਲ ਕੀਤੀ ਆ ਕਿ ਜਦੋਂ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਆਪਣੇ ਸਾਰੇ ਚੋਟੀ ਦੇ ਗਾਇਕ ਉੱਥੇ ਪਹੁੰਚੇ ਆ, ਹਰ ਉਹ ਗਾਇਕ ਜਿਹਦਾ ਇੱਕ ਮੁਕਾਮ ਹੈ ਉਹਨੇ ਉੱਥੇ ਜਾ ਕੇ ਯੋਗਦਾਨ ਪਾਇਆ, ਉਹਨੇ ਕਿਸਾਨੀ ਦੇ ਹੱਕ 'ਚ ਗੀਤ ਗਾਏ ਆ ਔਰ ਸ਼੍ਰੀ ਬਰਾੜ ਵਰਗੇ ਗਾਇਕ ਤੇ ਉਹਦੇ ਜਿਹੜਾ ਸਾਥੀ ਟੋਲਾ ਹੈਗਾ ਉਹ ਇਸ ਤਰ੍ਹਾਂ ਦੇ ਗਾਣੇ ਲਿਆ ਕੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਆਖਰ ਕੀ ਸੁਨੇਹਾ ਦੇਣਾ ਚਾਹੁੰਦੇ। ਸ਼ਾਇਦ ਕਿਤੇ ਨਾ ਕਿਤੇ ਜਿਹੜੀ ਉਹ ਸਟੰਟ ਵਾਲੀ ਬਿਮਾਰੀ ਲੱਗੀ ਹੋਈ ਨਾ ਕਿ ਇੱਕ ਸਟੰਟਬਾਜ਼ੀ ਖੜੀ ਕਰ ਦੋ, ਇੱਕ ਕੰਟਰੋਵਰਸੀ ਖੜੀ ਕਰ ਦੋ ਤੇ ਸ਼ਾਇਦ ਅਸੀਂ ਹਿੱਟ ਹੋ ਜਾਾਂਗੇ, ਪਰ ਉਹਦੇ ਜਿਹੜੇ ਖਮਿਆਜੇ ਆ ਜਿਹੜੀਆਂ ਸਲਾਖਾਂ ਵੀ ਹੋ ਸਕਦੇ ਆ। ਹੁਣ ਆਪਾਂ ਆ ਜਾਂਦੇ ਆ ਕਾਂਗਰਸ ਵੱਲ ਨੂੰ, ਜਿਹੜੀਆਂ ਪਤਾ ਨਹੀਂ ਲੋਕ ਤਾਂ ਸਾਡੇ ਹੁਣ ਇਸ ਵੇਲੇ ਇੰਨੇ ਕੁ ਗੁੱਸੇ ਦੇ ਵਿੱਚ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਲੋਕ ਹਰ ਇੱਕ ਤਰੀਕੇ ਨਾਲ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੇ ਆ। ਪਰ ਮੈਂ ਧਿਆਨ ਲਿਆ ਦਿੰਦੀ ਆ, ਇਹ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਜੀ, ਇਹਨਾਂ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਅਲੱਗ ਤਰੀਕੇ ਦਾ ਰੋਸ ਮੁਜ਼ਾਹਰਾ ਹੋਇਆ ਹੈ, ਅਲੱਗ ਤਰੀਕੇ ਦੀ ਜਿਹੜੀ ਇੱਕ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਗਏ ਆ। ਇਹਨਾਂ ਨੇ ਦੀਵੇ ਬੁਝਾ ਕੇ ਇੱਕ ਜਿਹੜਾ ਸ਼ਹਿਰ ਦੇ ਵਿੱਚ ਮਾਰਚ ਕੀਤਾ ਹੈਗਾ ਤੇ ਕਈ ਜਗ੍ਹਾ ਜਿੱਥੇ ਜਾਣਾ ਚਾਹੁੰਦੇ ਸੀ ਪੁਲਿਸ ਨੇ ਰੋਕਿਆ ਵੀ ਆ। ਇਹਨਾਂ ਦੀਆਂ ਇਹ ਗਤੀਵਿਧੀਆਂ ਬਾਰੇ ਕੀ ਜਿਹੜਾ ਸੋਚਦੇ ਹੋ ਤੁਸੀਂ? ਬਿਲਕੁਲ, ਇਹ ਜਿਹੜਾ ਹੁਣ ਕੱਢਿਆ ਇੱਕ ਰੋਸ ਮਾਰਚ, ਬੁਝੇ ਹੋਏ ਦੀਵੇ ਜਗਾਉਣਾ ਜਾ ਕੇ ਪੰਜਾਬ ਭਾਵੇਂ ਚੰਡੀਗੜ੍ਹ ਦੀ ਗੱਲ ਹੈ, ਜਿੱਥੇ ਪੰਜਾਬ ਯੂਥ ਕਾਂਗਰਸ ਦੇ ਜੋ ਪੰਜਾਬ ਕਾਂਗਰਸ ਦੇ ਜੋ ਹੈ ਸੁਨੀਲ ਜਾਖੜ ਜੀ ਔਰ ਉਹ ਤੇ ਉਹਨਾਂ ਦੇ ਸਾਥੀ। ਰਮਨ, ਇਹ ਗੱਲ ਬੜੀ ਅਜੀਬ ਜੀ ਲੱਗਦੀ ਹੈ ਕਿ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਜਦੋਂ ਬਹੁਤ ਸਾਰਾ ਵਰਤਾਰਾ ਸਾਡੇ ਸਾਹਮਣੇ ਹੋ ਜਾਂਦਾ ਹੈਗਾ, ਸ਼ਾਇਦ ਕਾਂਗਰਸ ਨੂੰ ਉਦੋਂ ਹੋਸ਼ ਆਉਂਦੀ। ਅਸੀਂ ਪਹਿਲਾਂ ਵੀ ਦੇਖਿਆ ਕਿ ਜਿਸ ਟਾਈਮ ਅਸੀਂ ਕਹਿੰਦੇ ਸੀਗੇ ਕਿ ਆਰਡੀਨੈਂਸ ਆ ਚੁੱਕੇ ਆ, ਉਹਨਾਂ ਨੂੰ ਰੱਦ ਕਰਾਉਣ ਲਈ ਜੇ ਵਿਧਾਨ ਸਭਾ ਦੇ ਵਿੱਚ ਇੱਕ ਵਿਸ਼ੇਸ਼ ਜਿਹੜਾ ਸਦਨ ਬੁਲਾਇਆ ਜਾਵੇ, ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਤੇ ਇਹ ਮਤਾ ਪੰਜਾਬ ਦੇ ਵਿੱਚ ਅਗਰ ਪਾਸ ਹੁੰਦਾ ਵਿਧਾਨ ਸਭਾ ਦੇ ਵਿੱਚ ਔਰ ਕੇਂਦਰ ਨੂੰ ਇਹ ਦੱਸਿਆ ਜਾਂਦਾ ਕਿ ਸਾਨੂੰ ਪ੍ਰਵਾਨ ਹੀ ਨਹੀਂ ਹੈਗਾ, ਉਹ ਸਾਨੂੰ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਕਾਂਗਰਸ ਜਾਗੀ
ਉਦੋਂ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਨੂੰ ਲਿਆਂਦਾ। ਜਦੋਂ ਕਿ ਅਸੀਂ ਦੂਜੇ ਮਾਮਲੇ 'ਚ ਹੁਣ ਆਉਂਦੇ ਆ ਤੇ ਜਦੋਂ ਇੰਨਾ ਕੁਝ ਹੋ ਗਿਆ ਉਦੋਂ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਤਖਲੀਕ ਰਚਣ ਦੀ ਜ਼ਰੂਰਤ ਪੈ ਗਈ, ਔਰ ਤੁਸੀਂ ਉੱਥੇ ਜਾ ਕੇ ਹੁਣ ਬੁਝੇ ਹੋਏ ਦੀਵੇ ਜਗਾ ਰਹੇ ਆ, ਔਰ ਉਹ ਵੀ ਉਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਦੇਖਦੇ ਹਾਂ ਕਿ ਸ਼ਹੀਦ ਅਨ ਸੋਲਜਰ ਦਾ ਜਿਹੜਾ ਸਮਾਰਕ ਹੈ ਉੱਥੇ ਜਾ ਕੇ ਉਹਨਾਂ ਨੇ ਦੀਵੇ ਜਗਾਏ ਆ। ਮੈਨੂੰ ਲੱਗਦਾ ਨਹੀਂਗਾ ਕਿ ਇਹ ਕੋਈ ਸਥਾਈ ਬਹੁਤ ਠੋਸ ਕਿਸਾਨਾਂ ਦੇ ਹੱਕ ਵਿੱਚ ਖੜਨ ਵਾਲੀ ਗੱਲ ਆ। ਸਿਰਫ ਤੇ ਸਿਰਫ ਰਾਜਨੀਤੀ ਰੋਟੀਆਂ ਜਿਹੜੀਆਂ ਇਹ ਸੇਕ ਰਹੇ ਆ, ਉਹੀ ਕੁਝ ਪਹਿਲਾਂ ਹੋ ਰਿਹਾ, ਉਹੀ ਕੁਝ ਹੁਣ ਹੋ ਰਿਹਾ। ਔਰ ਆਮ ਤੌਰ ਤੇ ਜੋ ਤੁਹਾਨੂੰ ਲੱਗਦਾ, ਸੌਰੀ ਮੈਂ ਤੁਹਾਨੂੰ ਕੱਟ ਦਿੱਤਾ ਵਿੱਚ, ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਇਹ ਗਤੀਵਿਧੀਆਂ ਹੋ ਰਹੀਆਂ, ਕਿਉਂਕਿ ਬਿਨਾਂ ਸ਼ੱਕ ਪੰਜਾਬ ਦੇ ਲੋਕਾਂ 'ਚ ਗੁੱਸਾ ਤੇ ਬਹੁਤ ਜਗ੍ਹਾ ਤੇ ਸਾਡੇ ਬਾਬੇ ਬਿਆਨ ਵੀ ਦੇ ਦਿੰਦੇ ਆ ਵੀ ਸਾਨੂੰ ਦਿੱਲੀ ਨਾਲ ਨਿਬੜੇ ਆਉਣ ਦੋ, ਪੰਜਾਬ ਆ ਕੇ ਅਸੀਂ ਦੇਖਦੇ ਇਹਨਾਂ ਨਾਲ ਵੀ ਨਿਬੜਦੇ ਆ ਹਨਾ। ਤੁਹਾਨੂੰ ਲੱਗਦਾ ਵੀ ਜਿਹੜੀਆਂ ਇਹਨਾਂ ਦੀਆਂ ਗਤੀਵਿਧੀਆਂ, ਚਾਹੇ ਉਹ ਅਕਾਲੀ ਕਰ ਰਹੇ ਆ ਚਾਹੇ ਉਹ ਕਾਂਗਰਸੀ ਕਰ ਰਹੇ ਆ, ਵੀ ਇਹ ਲੋਕਾਂ ਦੇ ਦਿਲ ਦੇ ਵਿੱਚ ਜਿਹੜਾ ਸੌਫਟ ਕਾਰਨਰ ਹੈਗਾ ਉਹ ਕ੍ਰੀਏਟ ਕਰਨ 'ਚ ਕਾਮਯਾਬ ਹੋ ਸਕਣਗੇ? ਬਿਲਕੁਲ। ਦੇਖੋ, ਹੁਣ ਲੰਮੇ ਅਰਸੇ ਤੋਂ ਅਸੀਂ ਦੇਖਦੇ ਹਾਂ ਕਿ ਪਹਿਲਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਰਾਜ ਕੀਤਾ, ਫਿਰ ਕਾਂਗਰਸ ਆਈ, ਉਸ ਤੋਂ ਬਾਅਦ ਹੁਣ ਫਿਰ ਉਹਨੂੰ ਕਾਂਗਰਸ ਆਈ ਆ। ਇਸ ਸਮੇਂ ਦਰਮਿਆਨ ਕੋਈ ਵੀ ਇੱਕ ਹਾਂ ਪੱਖੀ ਵਤੀਰਾ ਜਾਂ ਇਹਨਾਂ ਦਾ ਅਕਸ ਇੱਕ ਜੋ ਬਣਿਆ ਹੋਇਆ ਸੀਗਾ ਕਿ ਇਹ ਪੰਜਾਬ ਨਾਲ ਸੰਬੰਧਿਤ ਆ, ਪੰਜਾਬ ਹਿੱਤਾਂ ਦੀ ਗੱਲ ਕਰਦੇ ਆ, ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ, ਪਰ ਉਹ ਗੱਲ ਕਿਤੇ ਬਣੀ ਨਹੀਂ ਜੀ। ਇਸ ਟਾਈਮ ਜੋ ਵਕਾਰ ਬਣ ਚੁੱਕਿਆ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਆ, ਭਾਜਪਾ ਦਾ ਤਾਂ ਵੈਸੇ ਹੀ ਜੋ ਸਥਿਤੀ ਉਹ ਸਾਰਾ ਦੇਸ਼ ਹੀ ਇਸ ਟਾਈਮ ਜਿਸ ਤਰੀਕੇ ਚੱਲ ਰਿਹਾ ਕਿਸਾਨ ਅੰਦੋਲਨ ਲੈ ਕੇ ਉਹ ਸਾਨੂੰ ਪਤਾ ਹੈ। ਪਰ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਜਿੰਨੀ ਮਰਜ਼ੀ ਇਹ ਕੋਸ਼ਿਸ਼ ਕਰ ਲੈਣ, ਪਰ ਲੋਕਾਂ ਦੇ ਦਿਲ ਦੇ ਵਿੱਚ ਹੁਣ ਜਿਹੜੀ ਜਗ੍ਹਾ ਬਣਾਉਣੀ ਹੈ ਉਹ ਬਹੁਤ ਹੀ ਔਖੀ ਆ। ਲੋਕ ਉਸ ਤਰੀਕੇ ਹੁਣ ਪ੍ਰਵਾਨ ਨਹੀਂ ਕਰਨਗੇ, ਕਿਉਂਕਿ ਤੁਸੀਂ ਜਦੋਂ ਇੱਕ ਵਰਤਾਰਾ ਬਹੁਤ ਲੰਮਾ ਹੋ ਗਿਆ, ਤੁਸੀਂ ਉਸ ਤੋਂ ਬਾਅਦ ਆ ਕੇ ਆਪਣੀ ਬਿਆਨਬਾਜ਼ੀਆਂ ਕਰ ਰਹੇ ਹੋ, ਤੁਸੀਂ ਉਸ ਤੋਂ ਬਾਅਦ ਦਿਖਾਵੇ ਕਰ ਰਹੇ ਹੋ। ਮੈਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਬਿਆਨ ਵੱਲ ਤੁਹਾਡਾ ਧਿਆਨ ਦਿਵਾ ਦੇਣਾ ਚਾਹੁੰਦੀ ਹਾਂ। ਖੈਰ ਪਤਾ ਨਹੀਂ, ਹੈਰਾਨੀ ਹੁੰਦੀ ਹੈ ਵੀ ਇਹੋ ਜਿਹੇ ਪੰਜਾਬ ਦੇ ਮਾਹੌਲ ਦੇ ਵਿੱਚ ਕੋਈ ਇਦਾਂ ਦੇ ਬਿਆਨ ਕਿਵੇਂ ਦੇ ਸਕਦਾ। ਸੁਖਬੀਰ ਬਾਦਲ ਜੀ ਨੇ ਐਮਸੀ ਦੀਆਂ ਚੋਣਾਂ ਦੇ ਲਈ ਜਿਹੜੇ ਚੋਣ ਪ੍ਰਚਾਰ ਦੇ ਦੌਰਾਨ ਇੱਕ ਉਹਨਾਂ ਦੀ ਵੀਡੀਓ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਭਾਈ ਜੇ ਮੇਰੀ ਤੁਸੀਂ ਘਰ ਦੇ ਵਿੱਚ ਫੋਟੋ ਲਵਾ ਲਓ, ਤੁਹਾਨੂੰ ਕੋਈ ਡਰਾ ਨਹੀਂ ਸਕਦਾ, ਤੁਹਾਨੂੰ ਡਰਨ ਦੀ ਲੋੜ ਨਹੀਂ ਆ। ਤੇ ਪੰਜਾਬ ਦੇ ਲੋਕ ਜਦੋਂ ਕੇਂਦਰ ਨਾਲ ਆਡਾ ਲੈ ਰਹੇ ਸੀ, ਉਹ ਸਭ ਤੋਂ ਵੱਡਾ ਡਰ ਸੀ। ਜੇ ਅਸੀਂ ਉਸ ਡਰ ਤੋਂ ਬਚਾ ਨਹੀਂ ਸਕੇ ਤੇ ਉਹ ਨਿੱਕੇ ਨਿੱਕੇ ਡਰਾਂ ਤੋਂ, ਮਤਲਬ ਥੋੜੇ ਥੋੜੇ ਲੋਕਾਂ ਨੂੰ ਅਸੀਂ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਖੁੱਲਾ ਸੱਦਾ ਦੇ ਰਹੇ ਹਾਂ ਵੀ ਭਾਈ ਆਓ, ਜਿਹਨੇ ਫੋਟੋ ਕਰਾਉਣੀ ਫੋਟੋ ਕਰਾਓ, ਤੇ ਉਹ ਫੋਟੋ ਆਪਣੇ ਘਰ ਦੇ ਵਿੱਚ ਲਾ ਲਓ, ਤੁਹਾਨੂੰ ਕਿਸ ਤੋਂ ਡਰਨ ਦੀ ਲੋੜ ਨਹੀਂ ਹੈ। ਇਹਨੂੰ ਕਿਵੇਂ ਤੁਸੀਂ ਦੇਖਦੇ ਹੋ? ਤੁਸੀਂ ਇਹ ਬੜਾ ਹਾਸੋਹੀਣ ਬਿਆਨ ਹੈ ਸੁਖਬੀਰ ਬਾਦਲ ਹੋਰਾਂ ਦਾ। ਮੈਨੂੰ ਨਹੀਂ ਪਤਾ ਕਿ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਾ ਹੋਇਆ ਆਗੂ ਇਸ ਤਰ੍ਹਾਂ ਦੀ ਗੱਲ ਅਗਰ ਕਰਦਾ ਸਮਾਜ ਵਿੱਚ ਤੇ ਉਹ ਹਾਸੇ ਦਾ ਪਾਤਰ ਹੀ ਬਣਦਾ ਹੈਗਾ। ਉਹ ਆਪਣਾ ਮਜ਼ਾਕ ਉਡਾਉਣ ਤੋਂ ਬਾਅਦ ਕਿ ਹੋਰ ਕੁਝ ਨਹੀਂ ਹੈਗਾ। ਇਸ ਤਰੀਕੇ ਨਾਲ ਕੀ ਹੋ ਜਾਂਦਾ ਹੈਗਾ, ਜਿੱਥੇ ਖੜੋ ਕੇ ਗੱਲ ਕਰਨੀ ਚਾਹੀਦੀ ਸੀ, ਜਿਨ੍ਹਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ, ਉੱਥੇ ਸਿਰਫ ਦਿਖਾਵੇਬਾਜ਼ੀ ਰਹਿ ਗਈ। ਔਰ ਜਦੋਂ ਹੁਣ ਤੁਸੀਂ ਨੇੜੇ ਆ ਰਹੀਆਂ ਇਲੈਕਸ਼ਨ ਕੋਈ ਵੀ, ਤੁਸੀਂ ਉਹਨਾਂ ਦੀਆਂ ਪਹਿਲਾਂ ਹੀ ਪੈਂਤੜੇਬਾਜ਼ੀਆਂ ਇਹੋ ਜਿਹੀਆਂ ਕਰਕੇ ਔਰ ਇਹੋ ਜਿਹੇ ਹਾਸੋਹੀਣੇ ਬਿਆਨ ਦੇ ਰਹੇ ਹੋ, ਉਹ ਇੱਕ ਬਹੁਤ ਲੀਹ ਤੋਂ ਲੱਥੀ ਹੋਈ ਗੱਲ ਹੋ ਸਕਦੀ ਹੈ। ਉਹਨਾਂ ਦੀ ਜਿਹੜੀ ਵੀਡੀਓ ਮੈਂ ਦੇਖੀ ਉਹਦੇ ਵਿੱਚ ਇਹ ਵੀ ਬਿਆਨ ਸੀਗਾ ਵੀ ਤੁਸੀਂ ਆਪਣੇ ਜਿਹੜੇ ਬੰਦੇ ਚੁਣੋ, ਜਦੋਂ ਆਪਣੇ ਬੰਦੇ ਬੈਠੇ ਹੋਣ ਤੇ ਕੋਈ ਜਿਹੜੀ ਅੜਚਨ ਨਹੀਂ ਵਿੱਚ ਖੜੀ ਹੁੰਦੀ, ਤੇ ਜਿਹੜੇ ਵਿਕਾਸ ਦੇ ਜਿਹੜੇ ਮੈਂ ਜਿਹੜੀਆਂ ਗ੍ਰਾਂਟਾਂ ਦੇ ਖੁੱਲੇ ਗੱਪੇ ਦਊਂਗਾ, ਤੇ ਕੇਂਦਰ ਦੇ ਵਿੱਚ ਤਾਂ ਉਹਨਾਂ ਦੀ ਹੀ ਸਰਕਾਰ ਬੈਠੀ ਸੀ। ਬਿਲਕੁਲ ਉਹਨਾਂ ਦੀ ਸਰਕਾਰ ਬੈਠੀ ਸੀ, ਪਰ ਇਹਦੇ ਬਾਵਜੂਦ ਵੀ ਤਾਂ ਅਸੀਂ ਇਹ ਦੇਖਿਆ ਨਾ ਵੀ ਉਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਜਿੰਨਾ ਚਿਰ ਤੱਕ ਇਹ ਠੀਕ ਹੈ ਕਿ ਉਹ ਉੱਥੇ ਬੈਠੇ ਸੀਗੇ, ਔਰ ਜਦੋਂ ਬਾਅਦ 'ਚ ਪਤਾ ਲੱਗਿਆ, ਕਿਉਂਕਿ ਹੁਣ ਗੱਲ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨਾਂ ਦੀ 2022 ਵਾਲਿਆਂ ਦੀ, ਉਹਦੀ ਗੱਲ ਨੂੰ ਹੀ ਮੁੱਖ ਰੱਖਿਆ ਗਿਆ। ਔਰ ਉਸ ਗੱਲ ਦੇ ਉੱਤੇ ਉਹ ਆਏ, ਉਹਨਾਂ ਨੂੰ ਪਤਾ ਹੈ ਕਿ ਜੇ ਹੁਣ ਅਸੀਂ ਇਹ ਫੈਸਲਾ ਨਾ ਲਿਆ ਤੇ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾਗਾ, ਕਿਉਂਕਿ ਅਸੀਂ ਦੇਖ ਰਹੇ ਹੈਗੇ ਕਾਂਗਰਸ ਸਰਕਾਰ ਦਾ ਜਿਹੜਾ ਦੂਰਾ ਸ਼ਤਕ ਉਹ ਜਿਹੜਾ ਲਾ ਰਹੇ ਆ, ਅਗਰ ਕਹੀਏ ਤਾਂ ਮੈਨੂੰ ਉਮੀਦ ਨਹੀਂ ਸੀਗੀ ਕਿ ਜਿਹੜੀ ਅਕਾਲੀ ਭਾਜਪਾ ਸਰਕਾਰ, ਇੱਕ ਤਾਂ ਉਹਨਾਂ ਦਾ ਗਠਬੰਧਨ ਤੋਂ ਵੀ ਪਾਸੇ ਹਟ ਗਏ, ਦੂਜਾ ਇਹ ਸੀਗਾ ਵੀ ਇਕੱਲੇ ਤੌਰ ਤੇ ਹੁਣ ਅਕਾਲੀ ਇਕੱਲੇ ਪੈ ਗਏ ਪੰਜਾਬ ਦੇ ਵਿੱਚ, ਕੋਈ ਉਹਨਾਂ ਨਾਲ ਨਹੀਂ ਖੜਨ ਵਾਲਾ। ਔਰ ਉਹਨਾਂ ਨੂੰ ਐਂ ਲੱਗਦਾ ਹੈਗਾ ਕਿ ਜੇ ਇਸ ਤਰੀਕੇ ਦਾ ਪੈਂਤੜਾ ਜਾਂ ਹਰਸਿਮਰਤ ਦਾ ਉੱਥੋਂ ਅਸਤੀਫਾ ਨਾ ਹੋਣਾ, ਜਦੋਂ ਕਿ ਹੁਣ ਰੌਲਾ ਉਦੋਂ ਇਹੀ ਸੀਗਾ। ਔਰ ਵੱਡੇ ਬਾਦਲ ਸਾਹਿਬ ਦਾ ਬਿਆਨ ਵੀ ਸੀਗਾ ਵੀ ਖੇਤੀ ਕਾਨੂੰਨ ਮੋਦੀ ਸਾਹਿਬ ਨੇ ਲਾਗੂ ਕੀਤੇ, ਹੁਣ ਮੀਡੀਆ ਵਿੱਚ ਵਾਇਰਲ ਵੀ ਹੋ ਰਹੀਆਂ ਉਹ ਨਿਊਜ਼ ਪੁਰਾਣੀਆਂ, ਪਤਾ ਲੱਗ ਰਿਹਾ, ਅਸੀਂ ਪੜ੍ਹਦੇ ਵੀ ਆਏ ਹਾਂ ਕਿ ਇਹ ਲੱਗ ਰਿਹਾ ਸੀਗਾ ਕਿ ਉਹਨਾਂ ਨੇ ਵੀ ਹਾਂ ਪੱਖੀ ਵਤੀਰਾ ਜਿਹੜਾ ਸੀ ਉਹਨਾਂ ਦਾ ਸੀਗਾ, ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਸੀਗੇ। ਪਰ ਅੱਗੇ ਸੁਖਬੀਰ ਬਾਦਲ ਦੀ ਗੱਲ ਕਰ ਲਈਏ, ਹਰਸਿਮਰਤ ਦੀ ਗੱਲ ਕਰ ਲਈ, ਮਤਲਬ
ਹੁਣ ਤੁਸੀਂ ਇੱਕੋ ਦਮ ਹੀ ਪਲਟ ਗਏ ਹੋ, ਅੱਜ ਤੁਸੀਂ ਉਹਨਾਂ ਦੇ ਐਂਟੀ ਹੋ ਰਹੇ ਹੋ, ਤੇ ਉਹ ਲੱਗਦਾ ਕਿ ਕਿਵੇਂ ਯਕੀਨ ਕਰਨ ਲੋਕ। ਤੁਸੀਂ ਇਹ ਦੇਖੋ ਵੀ ਇਹ ਬਹੁਤ ਲੇਟ ਹੋ ਗਏ ਆ ਲੋਕਾਂ ਦਾ ਸਾਥ ਦੇਣ ਦੇ ਮਾਮਲੇ 'ਚ, ਤੇ ਹੁਣ ਉਹ ਪਿੱਛੋਂ ਜਿਹੜੀਆਂ ਇੱਕ ਕਹਿ ਸਕਦੇ ਹੁੰਦੇ ਆ ਵੀ ਛੋਟੀਆਂ ਛਾਲਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਪਹਿਲਾਂ 2 ਮਹੀਨੇ ਪੰਜਾਬ 'ਚ ਬੈਠ ਰਹੇ, ਉਦੋਂ ਅਸੀਂ ਸਾਰ ਨਹੀਂ ਲਈ, ਜਦੋਂ ਲੋਕਾਂ ਨੇ ਟਰੈਕਟਰ ਰੈਲੀ ਰੱਖ ਲਈ ਅਸੀਂ ਬਰਾਬਰ ਟਰੈਕਟਰ ਲਿਆ ਕੇ ਅਸੀਂ ਰੋਡ ਤੇ ਲਾ ਦਿੱਤੇ, ਉਹ ਅਸੀਂ ਪੂਰੇ ਤਰੀਕੇ ਨਾਲ ਫੇਲ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਅਸੀਂ ਕੇਂਦਰ ਸਰਕਾਰ ਦੀਆਂ ਉਂਗਲਾਂ ਤੇ ਨੱਚ ਰਹੇ ਸੀ, ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੇ ਸੀ। ਤੇ ਹੁਣ ਜਿਹੜਾ ਕਿਤੇ ਨਾ ਕਿਤੇ ਇਹਦੇ ਬਾਰੇ ਇਹਨਾਂ ਨੂੰ ਜਿਹੜਾ ਸੀਰੀਅਸ ਹੋਣ ਦੀ ਲੋੜ ਆ, ਇਸ ਵੇਲੇ ਬਹੁਤ ਸੀਰੀਅਸ ਜਿਹੜੇ ਫੈਸਲੇ ਲੈਣ ਦੀ ਲੋੜ ਆ, ਜਿਹੜੀਆਂ ਆਹ ਨਿੱਕੀਆਂ ਇੱਕ ਖੇਡਾਂ ਦੀਆਂ ਖੇਡ ਰਹੇ ਹੈਗੇ ਆ, ਚਾਹੇ ਉਹ ਕਾਂਗਰਸੀ ਚਾਹੇ ਅਕਾਲੀ ਆ, ਮੇਰੇ ਖਿਆਲ 'ਚ ਇਹਨਾਂ ਤੋਂ ਜਾਣਾ ਚਾਹੀਦਾ। ਲਾਸਟ ਜਿਹੜੀ ਖਬਰ ਜਿਹਦੇ ਉੱਤੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦੀ ਹਾਂ, ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਜਿਹੜਾ ਇਨਕਾਰ ਕਰ ਦਿੱਤਾ ਹੈਗਾ 26 ਜਨਵਰੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਉਹਨਾਂ ਨੇ ਭਾਰਤ ਦੇ ਵਿੱਚ ਆਉਣਾ ਸੀ, ਤੇ ਇਹਦੇ ਵਿੱਚ ਉੱਥੋਂ ਦੇ ਜਿਹੜੇ ਕਿਸਾਨ ਅੰਦੋਲਨ ਦੇ ਚੱਲਦੇ ਆ, ਜਿਹੜੇ ਆਪਣੇ ਜਿਹੜੇ ਸਿੱਖ ਹੈਗੇ ਆ, ਜਿਹੜੇ ਉੱਥੋਂ ਦੇ MP ਆ, ਮਨਟੇਸੀ ਸਮੇਤ 3 ਦਰਜਨ ਸੰਸਦਾਂ ਨੇ ਉਹਨਾਂ ਨੂੰ ਇਹ ਦੌਰਾ ਰੱਦ ਕਰਨ ਦੀ ਅਪੀਲ ਕੀਤੀ ਸੀ, ਕਿਉਂਕਿ ਉਹਨਾਂ ਨੇ ਇਹ ਕਾਰਨ ਹੀ ਦਿੱਤਾ ਸੀਗਾ ਵੀ ਜਿਹੜਾ ਸੰਸਦ ਜਿਹੜੇ ਆਪਣੇ ਕਿਸਾਨ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ, ਤੇ ਉਹਦੇ ਉੱਤੇ ਜਿਹੜੀ ਸਰਕਾਰ ਕੋਈ ਪੁਖਤਾ ਜਿਹੜੇ ਫੈਸਲੇ ਲੈ ਰਹੀ। ਹਾਲਾਂਕਿ ਇਸ ਵੇਲੇ ਜਿਹੜਾ ਕਰੋਨਾ ਨੂੰ ਇਹਨਾਂ ਨੇ ਇੱਕ ਕਾਰਨ ਬਣਾਇਆ ਹੈਗਾ, ਬੋਰਿਸ ਜੌਨਸਨ ਨੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਆ, ਮਾਫੀ ਮੰਗੀ ਕਿ ਮੈਂ ਨਹੀਂ ਆ ਸਕਦਾ, ਕਿਉਂਕਿ ਜਿਹੜਾ ਇੰਗਲੈਂਡ ਹੈਗਾ ਵਾ ਉਹ ਪ੍ਰੋਪਰ ਲਾਕਡਾਊਨ 'ਚ ਜਾ ਰਿਹਾ ਹੈਗਾ, ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਕਰੋਨਾ ਦੇ ਨਾਲ ਸੰਬੰਧਿਤ ਜਿਹੜੀਆਂ ਇੱਥੇ ਗਤੀਵਿਧੀਆਂ ਹੋ ਰਹੀਆਂ ਉਹਨਾਂ ਤੇ ਧਿਆਨ ਰੱਖਣ ਦੇ ਲਈ ਇੱਥੇ ਰੁਕਣਾ ਚਾਹੁੰਦਾ। ਤੁਸੀਂ ਕਿਵੇਂ ਦੇਖਦੇ ਆ ਕਿਸਾਨ ਅੰਦੋਲਨ ਦੀ ਜਿਹੜੀ ਆ ਉਹਦੇ ਸੰਦਰਭ 'ਚ ਕਿਵੇਂ ਦੇਖਦੇ ਆ ਇਹਨਾਂ ਦਾ ਇਨਕਾਰ ਕਰਨਾ? ਬਿਲਕੁਲ, ਇਹ ਗੱਲ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਹੈਗਾ। ਦੱਸ ਦਈਏ ਇੱਕ ਵਾਰੀ ਫੇਰ ਦਰਸ਼ਕਾਂ ਨੂੰ ਕਿ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਜਿਹੜੇ ਲਾਲ ਕਿਲੇ ਵਿੱਚ ਸਮਾਗਮ ਹੋਣੇ ਸੀਗੇ ਭਾਰਤ ਸਰਕਾਰ ਦੇ, ਉਹਦੇ ਵਿੱਚ ਉਹ ਮੁੱਖ ਮਹਿਮਾਨ ਬਣ ਕੇ ਆ ਰਹੇ ਸੀ, ਪਰ ਮੌਕੇ ਦੇ ਉੱਤੇ ਕਿਉਂਕਿ ਕਿਸਾਨ ਅੰਦੋਲਨ ਦੀਆਂ ਖਬਰਾਂ ਹੁਣ ਪੂਰੀ ਦੁਨੀਆ ਤੱਕ ਪਹੁੰਚੀਆਂ ਹੋਈਆਂ, ਉੱਥੇ ਵੀ ਪਹੁੰਚੀਆਂ, ਔਰ ਖਾਸ ਤੌਰ ਤੇ ਜਿਹੜੇ ਪੰਜਾਬੀ ਪਿੱਠ ਭੂਮੀ ਵਾਲੇ ਜਿੰਨੇ ਆਪਣੇ ਉੱਥੇ ਬੈਠੇ ਹੈਗੇ, ਪੰਜਾਬੀ ਪਿਛੋਕੜ ਵਾਲੇ ਜਿੰਨੇ ਬੈਠੇ ਹੋਏ ਆ ਆਪਣੇ MP ਉੱਥੇ, ਉਹਨਾਂ ਨੇ ਸਪੈਸ਼ਲ ਤੌਰ ਦੇ ਉੱਤੇ ਉੱਥੋਂ ਦੀ ਪਾਰਲੀਮੈਂਟ ਵਿੱਚ ਗੱਲ ਕੀਤੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਤੇ ਇਸ ਗੱਲ ਦਾ ਦਬਾਅ ਪਾਇਆ ਕਿ ਕੇਂਦਰ ਸਰਕਾਰ ਜਿਹੜੀ ਭਾਰਤ ਦੀ ਆ, ਨਰਿੰਦਰ ਮੋਦੀ ਸਰਕਾਰ ਹੈਗੀ, ਉਹ ਕਿਸਾਨ ਪੱਖੀ ਨਹੀਂ ਹੈਗੀ, ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਆ ਔਰ ਆਪਣੀ ਗੱਲ ਦੇ ਉੱਤੇ ਅੜੀ ਹੋਈ ਆ, ਔਰ ਕੋਈ ਫੈਸਲਾ ਨਹੀਂ ਲੈ ਰਹੀ। ਔਰ ਇੰਨੇ ਚਿਰ ਤੋਂ ਜਿਹੜੇ ਕਿਸਾਨ ਹੈ ਉਹ ਪੰਜਾਬ ਦੇ ਵਿੱਚ, ਚਾਹੇ ਉਹ ਟਰੈਕਾਂ ਤੇ ਬੈਠੇ ਸੀ, ਰੇਲਵੇ ਟਰੈਕਾਂ ਤੇ ਬੈਠੇ ਸੀ, ਚਾਹੇ ਉਹ ਸੜਕਾਂ ਤੇ ਬੈਠੇ ਸੀ, ਉਸ ਤੋਂ ਬਾਅਦ ਉਹ ਅੰਦੋਲਨ ਅਗਾਂਹ ਤੇਜ਼ ਹੁੰਦਾ ਗਿਆ, ਭਖਦਾ ਗਿਆ, ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੋਈ ਹੱਲ, ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਅੱਜ ਉਹ ਇੰਨੀ ਠੰਡ ਵਿੱਚ ਬੈਠਿਆ। ਸੋ ਇਸ ਤਰ੍ਹਾਂ ਦੀਆਂ ਉਹ ਸਾਰੀਆਂ ਜਿਹੜੀ ਸੀਗਾ ਚਾਨਣ ਉਹਨਾਂ ਨੂੰ ਕਰਵਾਇਆ ਗਿਆ, ਤੇ ਮੌਕੇ ਦੇ ਉੱਤੇ ਉਹਨਾਂ ਨੇ ਮਨਾ ਕਰ ਦਿੱਤਾ। ਸੋ ਇਸ ਸਮਾਗਮ ਦੇ ਵਿੱਚ ਜਿਹੜੇ 26 ਜਨਵਰੀ ਦੇ ਸੀ, ਇਹਦੇ ਵਿੱਚ ਉਹ ਮੁੱਖ ਮਹਿਮਾਨ ਬਣ ਕੇ ਨਹੀਂ ਆ ਰਹੇ। ਇੱਕ ਗੱਲ ਹੋਰ ਵੀ ਖਾਸ ਹੈ ਇਹਦੇ ਨਾਲ ਜੁੜਦੀ ਹੋਈ ਕਿ ਇੱਕ ਗੱਲ ਕੀਤੀ ਜਾ ਰਹੀ ਸੀ ਕਿ COVID-19 ਔਰ ਇੰਗਲੈਂਡ ਦੇ ਵਿੱਚ ਲਾਕਡਾਊਨ ਦੀ ਸਥਿਤੀ ਹੈ, ਸ਼ਾਇਦ ਉਹ ਇੱਕ ਵਜ੍ਹਾ ਸੀ, ਪਰ ਉਸ ਵਜ੍ਹਾ ਨੂੰ ਕਹਿ ਸਕਦੇ ਹੋ ਕੋਈ ਉਹ ਜ਼ਿਆਦਾ ਐਡੀ ਵੱਡੀ ਵਜ੍ਹਾ ਨਹੀਂ ਸੀਗੀ। ਸਭ ਤੋਂ ਵੱਡੀ ਵਜ੍ਹਾ ਤਾਂ ਇਹੀ ਹੈ ਕਿ ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਹੋਏ ਹੀ ਉੱਥੋਂ ਦੇ ਪ੍ਰਧਾਨ ਮੰਤਰੀ ਹੋਣਾ ਨੇ ਜੋ ਖਬਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਆ, ਤੋਂ ਪਤਾ ਲੱਗਿਆ ਕਿ ਉਹ ਹੁਣ ਨਹੀਂ ਆ। ਸਾਨੂੰ ਇਸ ਖਬਰ ਨੂੰ ਕਿਸਾਨ ਅੰਦੋਲਨ ਦੇ ਸੰਦਰਭ 'ਚ ਪੋਜ਼ਿਟਿਵਲੀ ਦੇਖਣਾ ਚਾਹੀਦਾ ਹੈ, ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਸਾਨੂੰ ਜਿਹੜਾ ਮਹਿਸੂਸ ਕਰਨਾ ਚਾਹੀਦਾ ਵੀ ਇਕੱਲੇ ਭਾਰਤ ਵਿੱਚੋਂ ਨਹੀਂ, ਪੂਰੇ ਜਿਹੜੀ ਵਰਲਡ ਦੇ ਵਿੱਚੋਂ, ਪੂਰੇ ਸੰਸਾਰ ਦੇ ਵਿੱਚੋਂ ਸਾਨੂੰ ਸਮਰਥਨ ਮਿਲ ਰਿਹਾ ਹੈਗਾ, ਤੇ ਸਾਨੂੰ ਡਟੇ ਰਹਿਣਾ ਚਾਹੀਦਾ। ਰਮਨ, ਇੱਥੇ ਇੱਕ ਇਹ ਗੱਲ ਸੀ ਕਿ ਜਦੋਂ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ, ਜਸਟਿਨ ਟਰੂਡੋ ਦੀ, ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਅਸੀਂ ਇੱਥੇ ਆਉਣ ਨਹੀਂ ਦੇਣਾ। ਤੁਸੀਂ ਦੇਖੋ ਕਿਸਾਨ ਪੱਖੀ ਸੀ, ਉਹਨਾਂ ਨੂੰ ਉਹ ਪੀੜ ਨੂੰ ਸਮਝਦੇ ਉੱਥੇ ਬੈਠੇ, ਉਹਨਾਂ ਦਾ ਤਾਂ ਬਹੁਤ ਪਹਿਲਾਂ ਹੀ ਸ਼ੁਰੂਆਤੀ ਦੌਰ 'ਚ ਉਹ ਕਹਿੰਦੇ ਸੀਗੇ। ਹਾਂ, ਹੁਣ ਉਸੇ ਫਹਿਰਿਸਤ ਵਿੱਚ ਇੱਕ ਹੋਰ ਇਹ ਸ਼ਮੂਲੀਅਤ ਹੋ ਗਈ ਆ ਕਿ ਇਹ ਕਹਿ ਰਹੇ ਆ ਕਿ ਮੈਂ ਨਹੀਂ ਆਉਣਾ ਤੇ ਉਹ ਨਹੀਂ ਆ ਰਹੇਗੇ। ਸੋ ਇਸ ਤਰੀਕੇ ਨਾਲ ਵੱਡੇ ਪੱਧਰ ਦੇ ਉੱਤੇ ਦੇਸ਼ਾਂ ਦੀਆਂ ਹਕੂਮਤਾਂ ਉੱਤੇ ਰਾਜ ਕਰ ਰਹੇ ਜਿਹੜੇ ਇਸ ਤਰ੍ਹਾਂ ਦੇ ਦਿੱਗਜ ਲੋਕ, ਅਗਰ ਉਹ ਮਨਾ ਕਰ ਰਹੇ ਆ, ਤੇ ਕਹਿ ਸਕਦੇ ਹੈਗੇ ਆ ਕਿ ਕਿਸਾਨ ਵੀਰ ਜੇ ਇਹ ਪ੍ਰੋਗਰਾਮ ਜਿਹੜੇ ਦੇਖਣਗੇ ਉਹਨਾਂ ਨੂੰ ਤਾਂ ਇਹੀ ਕਹੂੰਗਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀ ਸਪੋਰਟ ਜਿਹੜੀ ਇਸ ਅੰਦੋਲਨ ਨੂੰ ਮਿਲ ਰਹੀ ਹੈਗੀ ਆ, ਆਪਣੇ ਹੱਕ ਦੇ ਵਿੱਚ ਆ। ਇਹ ਅੰਦੋਲਨ ਜਿਹੜਾ ਹਰ ਹਾਲਤ ਵਿੱਚ ਜਿਹੜਾ ਤੁਹਾਡਾ ਸੰਘਰਸ਼ ਹੈਗਾ, ਜ਼ਰੂਰ ਤੁਸੀਂ ਜਿੱਤੋਗੇ, ਜਿੱਤ ਕੇ ਘਰ ਮੁੜੋਗੇ, ਔਰ ਇਹ ਕਾਨੂੰਨ ਜਿਹੜੇ ਆ ਹਰ ਹਾਲਤ ਜਿਹੜਾ ਆ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ। ਇਹ ਮੋਰਚਾ, ਇਹ ਫਤਿਹ ਹਾਸਲ ਕਰਨੀ ਪੰਜਾਬੀਆਂ ਦੀ ਫਿਤਰਤ ਆ। ਹੁਣ ਵੀ ਅਸੀਂ ਉਸ ਗੱਲ ਦੇ ਉੱਤੇ ਹੀ ਕਾਇਮ ਰਹਾਂਗੇ। ਇਹਦੇ ਨਾਲ ਹੀ ਅਸੀਂ ਜਿਹੜੀ ਆ ਸੰਪੂਰਨ ਖਲਕਤ ਦੀ ਜਿਹੜੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਇਹ ਜਿਹੜੀ ਅਸੀਂ ਆਪਣੇ ਹੱਕਾਂ ਦੇ ਲਈ ਜੰਗਾਂ ਲੜ ਰਹੇ ਲੋਕ ਆ, ਉਹਨਾਂ ਦੀ ਆਪਣੇ ਹੱਕਾਂ ਦੀ ਰਾਖੀ ਕਰਨ ਦੇ ਲਈ ਜਿਹੜੀ ਆ ਉਹਨਾਂ ਨੂੰ ਜਿੱਤ ਨਸੀਬ ਹੋਵੇ। ਤੇ ਅੱਜ ਦੇ ਜਿਹੜੇ ਸਾਂਝ ਸਵੇਰ ਪ੍ਰੋਗਰਾਮ ਦੇ ਵਿੱਚ ਇਹ ਨਹੀਂ, ਮੈਨੂੰ ਤੇ ਕਮਲਜੀਤ ਸਿੱਧੂ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਔਨ ਏਅਰ ਚੈਨਲ।